ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਖੈ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨ ਹੋਵਤ ਜੀਓ। ਮਾਨ ਮਹਤ ਨਾ ਸਕਤ ਹੀ ਕਾਈ, ਸਾਦਾ ਦਾਸੀ ਥਿਓ। ਨਾਨਕ ਸੇ ਦਰ ਸੋਭਾਵੰਤੇ, ਜੋ ਪ੍ਰਭ ਆਪਣੇ ਕੀਓ। ਹੋ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਨਾਏ ਜੀਓ। ਮੈਂ ਆਸਾ ਰੱਖੀ ਚਿਤ ਮਹਿ, ਮੇਰਾ ਸਭੋ ਦੁੱਖ ਗਵਾਏ ਜੀਓ। ਬੇਸੁਮਾਰ ਅਥਾਹ ਅਗਨਤ ਅਤੁਲੈ, ਜੋ ਬੁਲਾਓ ਤਿਉ ਨਾਨਕ ਦਾਸ ਬੋਲੇ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹੋ ਕਰੀ ਵਖਿਆਨ। ਸਤਨਾਮ ਵਾਹਿਗੁਰੂ ਸਾਹਿਬ ਜੀ। ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਤਾ ਆਇੜਿਆਂ। ਹੇੜਾ ਜਲੈ ਮਜੀਠ ਜੋ, ਉੱਪਰ ਅੰਗਾਰਾ। ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ। ਹੰਡੈ ਉਨ ਕਤਾਏ ਦਾ, ਪਹਿਦਾ ਲੋੜੈ ਪਟ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇਹ। ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇਹ। ਭਿੱਜੋ ਸਿੱਜੋ ਕੰਬਲੀ, ਅੱਲ੍ਹਾ ਵਰਸੋ ਮੇਹ। ਜਾਏ ਮਿਲਾਂ ਤਿਨਾ ਸੱਜਣਾ, ਟੁੱਟੋ ਨਾਹੀ ਨੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ, ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਜ਼ਰ ਕਰਕੇ
ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਸ਼ਬਦ ਦਾ ਅਭਿਆਸ ਕਰਦਿਆਂ ਸ਼ਬਦ ਦੇ ਆਧਾਰ ਨਾਲ ਆਪਣੇ ਅਧਿਆਤਮਿਕ ਜੀਵਨ ਦੇ ਮਨੋਰਥ ਨੂੰ ਪ੍ਰਾਪਤ ਕਰਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ ਤਿਨਾਂ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜਿਆਂ। ਅੱਜ ਦੇ ਸ਼ਲੋਕ ਦੁਆਰਾ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਸਾਨੂੰ ਪ੍ਰਭੂ ਮਾਰਗ 'ਤੇ ਚੱਲਦਿਆਂ ਜੀਵਨ ਦਾ ਸਮਰਪਣ ਕਿਹੋ ਜਿਹਾ ਬਣਾਉਣਾ ਚਾਹੀਦਾ ਹੈ, ਜਾਂ ਪਰਮੇਸ਼ਰ ਦੇ ਮਾਰਗ 'ਤੇ ਚੱਲਦਿਆਂ ਉਹਦੇ ਪਰਮ ਸਰੂਪ ਦੀ ਪ੍ਰਾਪਤੀ ਦੇ ਲਈ, ਪਿਰ ਦੇ ਦਰਸ਼ਨ ਦੇ ਲਈ ਜੀਵਨ ਦੀ ਅਵਸਥਾ ਦੀ ਸਾਧਨਾ ਕਿਵੇਂ ਦੀ ਹੋਣੀ ਚਾਹੀਦੀ ਹੈ। ਬਾਬਾ ਫਰੀਦ ਸਾਹਿਬ ਜੀ ਜ਼ਿਕਰ ਕਰਦੇ ਹਨ ਜੇ ਮੈਂ ਹੁੰਦਾ ਵਾਰਿਆ। ਇਸ ਸ਼ਲੋਕ ਦਾ ਉਥਾਨਕਾ ਭਾਵ ਇੰਝ ਮਿਲਦਾ ਹੈ ਕਿ ਬਾਬਾ ਫਰੀਦ ਸਾਹਿਬ ਜੀ ਪਾਸ ਕੁਝ ਲੋੜਵੰਦ ਆਦਿਕ ਆਏ, ਕਿਸੇ ਕਾਰਨ ਕਰਕੇ ਉਹਨਾਂ ਦੀ ਭੋਜਨ ਕਰਕੇ, ਧਨ ਕਰਕੇ ਜਾਂ ਕਿਸੇ ਹੋਰ ਢੰਗ ਦੇ ਨਾਲ ਬਾਬਾ ਫਰੀਦ ਸਾਹਿਬ ਜੀ ਕੁਝ ਨਾ ਹੋਣ ਕਰਕੇ ਮਦਦ ਨਾ ਕਰ ਸਕੇ, ਤਾਂ ਉਹਨਾਂ ਨੇ ਜਾਣ ਲੱਗਿਆਂ ਇਹ ਭਾਵ ਸਾਂਝਾ ਕੀਤਾ ਜਾਂ ਆਪਸ ਦੇ ਵਿੱਚ ਚਰਚਾ ਕੀਤੀ ਕਿ ਬਾਬਾ ਫਰੀਦ ਸਾਹਿਬ ਜੀ ਨੇ ਸਾਰਾ ਕੁਝ ਕੋਲ ਹੁੰਦਿਆਂ ਹੋਇਆਂ ਵੀ ਸਾਡੇ ਤੋਂ ਲੁਕਾ ਕੇ ਰੱਖਿਆ ਹੈ, ਸਾਡੇ ਤੋਂ ਛੁਪਾ ਕੇ ਰੱਖਿਆ, ਸਾਨੂੰ ਦੇਣਾ ਨਹੀਂ ਚਾਹਿਆ ਜਾਂ ਦੇਣ ਦੇ ਲਈ ਉਹਨਾਂ ਦੇ ਮਨ ਨੇ ਸਵੀਕ੍ਰਿਤੀ ਨਹੀਂ ਦਿੱਤੀ। ਅਤੇ ਬਾਬਾ ਫਰੀਦ ਸਾਹਿਬ ਜੀ ਇਸ ਗੱਲ ਨੂੰ ਜਾਣਗੇ ਅਤੇ ਉਹ ਕਥਨ ਕਰਦੇ ਹਨ ਜੇ ਮੈਂ ਹੁੰਦਾ ਵਾਰਿਆ। ਜੇ ਮੇਰੇ ਪਾਸ ਹੁੰਦਿਆਂ ਸੁਣਦਿਆਂ ਪਦਾਰਥ ਦੀ, ਧਨ ਦੀ ਮੌਜੂਦਗੀ ਹੁੰਦਿਆਂ ਹੋਇਆਂ ਔਰ ਉਸ ਤੋਂ ਇਲਾਵਾ ਆਪਣੇ ਮਿੱਤਰਾਂ ਦੇ ਆਇਆਂ ਵੀ ਮੈਂ ਇਹ ਚੀਜ਼ਾਂ ਛੁਪਾ ਕੇ ਰੱਖਦਾ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੇੜਾ ਜਲੈ ਮਜੀਠ ਜਿਉਂ। ਜਿਹੜਾ ਸਾਡਾ ਹਿਰਦਾ ਹੈ, ਜੇ ਮੈਂ ਵਾਕਿਆ ਲੁਕਾਇਆ ਹੋਵੇ ਤਾਂ ਮੇਰੇ ਜੀਵਨ ਦੀ ਇਹ ਹਾਲਤ ਹੋਵੇ ਕਿ ਜਿਵੇਂ ਅੱਗ ਦੇ ਉੱਪਰ ਕੋਈ ਚੀਜ਼ ਤਪਦੀ ਹੈ, ਸੜਦੀ ਹੈ, ਉਵੇਂ ਜਿਹੜਾ ਮੇਰਾ ਹਿਰਦਾ ਹੈ ਉਹਦੇ ਉੱਪਰ ਤੁਖੇ ਭਾਵ ਕੇ ਕਥਨ ਕਰਦੇ ਹਨ ਕਿ ਐਸਾ ਮੈਂ ਕਰਨ ਦਾ ਯਤਨ ਨਹੀਂ ਕੀਤਾ। ਹੁਣ ਸ਼ਲੋਕ ਦਾ ਅਧਿਆਤਮਿਕ ਭਾਵ ਆਪਦੇ ਸਨਮੁਖ ਸਾਂਝਾ ਕਰਾਂ। ਇਸ ਸ਼ਲੋਕ ਦਾ ਅੰਤਰੀਵ ਭਾਵ ਇਸ ਤਰ੍ਹਾਂ ਵੀ ਪ੍ਰਤੀਤ ਹੁੰਦਾ ਹੈ ਕਿ ਬਾਬਾ ਫਰੀਦ ਸਾਹਿਬ ਜੀ ਬੰਦਗੀ ਮਾਰਗ 'ਤੇ ਬੜੇ ਲੀਨ ਹੋ ਚੁੱਕੇ ਸਨ, ਅਤੇ ਜਿਹੜੇ ਬੰਦਗੀ ਮਾਰਗ 'ਤੇ ਲੀਨ ਹੋ ਜਾਂਦੇ ਨੇ ਅਕਸਰ ਇਹਨਾਂ ਦੀ ਉੱਚੀ ਅਧਿਆਤਮਿਕ ਅਵਸਥਾ ਅਕਾਲ ਪੁਰਖ ਦੇ ਨਾਲ ਬਾਣੀ ਦੁਆਰਾ ਮਿਲਾਪ ਕਰਾਉਂਦੀ ਹੈ। ਤਾਂ ਅਕਾਲ ਪੁਰਖ ਦੇ ਅੱਲਾਹ ਤਾਲਾ ਦੇ ਵਾਕ ਹਨ, ਫਰੀਦ ਕੀ ਤੂੰ ਮੇਰੇ ਮਾਰਗ 'ਤੇ ਚੱਲਦਿਆਂ ਹੋਇਆਂ ਕੁਝ ਛੁਪਾ ਕੇ ਤਾਂ ਨਹੀਂ ਰੱਖਿਆ, ਜਾਂ ਕੁਝ ਛੁਪਾਉਣ ਦੀ ਤੇਰੇ ਮਨ ਅੰਦਰ ਚਾਹਤ ਨਹੀਂ ਹੈ ਕਿ ਜੇ ਰੱਬੀ ਮਾਰਗ 'ਤੇ ਚੱਲ ਰਿਹਾ ਹੈ ਅਤੇ ਕੁਝ ਆਪਣੇ ਜੀਵਨ ਦੇ ਵਿੱਚ ਉਸ ਮਾਲਕ ਤੋਂ ਓਹਲਾ ਕੀਤਾ ਹੋਵੇ। ਤਾਂ ਬਾਬਾ ਫਰੀਦ ਸਾਹਿਬ ਜੀ ਅੱਲਾਹ ਤਾਲਾ ਦੇ ਸਨਮੁਖ ਇਕਬਾਲ ਕਰਦੇ ਨੇ ਜੇ ਮੈਂ ਹੁੰਦਾ ਵਾਰਿਆ ਕਿ ਇਹ ਅੱਲਾਹ ਤਾਲਾ ਤੇਰੇ ਮਾਰਗ 'ਤੇ ਚੱਲਦਿਆਂ ਜੇ ਕੋਈ ਚੀਜ਼ ਛੁਪਾ ਕੇ ਰੱਖੀ ਹੋਵੇ ਜਾਂ ਕਿਸੇ ਕਰਮ ਦਾ ਓਹਲਾ ਰੱਖਿਆ ਹੋਵੇ ਤਾਂ ਮੇਰੇ ਜੀਵਨ ਨੂੰ ਇਸ ਤਰ੍ਹਾਂ ਦੀ ਸਜ਼ਾ ਮਿਲੇ ਕਿ ਹੇੜਾ ਜਲੈ ਮਜੀਠ ਜਿਉਂ। ਉੱਪਰ ਅੰਗਾਰਾ, ਜਿਵੇਂ ਅੱਗ ਦੇ ਵਿੱਚ ਅੰਗਿਆਰ ਧੁਖਦੇ ਹਨ। ਹੁਣ ਸ਼ਲੋਕ ਦਾ ਭਾਵ ਇਸ ਤਰ੍ਹਾਂ ਹੈ ਕਿ ਜਦ ਅਸੀਂ ਰੱਬੀ ਮਾਰਗ 'ਤੇ ਚੱਲਣਾ ਹੈ ਅਤੇ ਸਭ ਤੋਂ ਪਹਿਲਾਂ ਸਾਡੇ ਹਿਰਦੇ ਦੀ ਸ਼ਵਸ਼ਤਾ ਜਿਹੜੀ ਹੈ ਉਹਨੂੰ ਆਪਣੇ ਇਸ਼ਟ ਦੇ ਸਾਹਮਣੇ ਰੱਖਣਾ ਪੈਂਦਾ ਹੈ, ਚਾਹੇ ਉਹ ਗੁਣਾਂ ਵਾਲੀ ਹੈ ਚਾਹੇ ਔਗੁਣਾਂ ਵਾਲੀ ਹੈ। ਅਤੇ ਬੰਦਗੀ ਮਾਰਗ 'ਤੇ ਇਕੱਲਾ ਇਤਨਾ ਹੀ ਨਹੀਂ, ਸਭ ਤੋਂ ਪਹਿਲਾਂ ਆਪਣੇ ਹਿਰਦੇ ਦੀ ਸ਼ਵਸ਼ਤਾ ਮਤਲਬ ਜੋ ਹੈ ਉਹਨੂੰ ਇਕਬਾਲ ਕਰਨਾ। ਜਿਵੇਂ ਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਵਾਕ ਹਨ, ਉਤਰ ਗਇਓ ਮੇਰੇ ਮਨ ਕਾ ਸੰਸਾ। ਜਿਵੇਂ ਦੁਨੀਆ ਆਮ ਕਰਕੇ ਬੰਦੇ ਨੂੰ ਅਪਰਾਧੀ ਇਕਬਾਲ ਨਹੀਂ ਕਰਦੀ, ਉਹਦੇ ਜੀਵਨ ਦੇ ਵਿੱਚ ਔਗੁਣ ਹੋਣ 'ਤੇ ਕੋਈ ਪਾਸ ਨਹੀਂ ਬਿਠਾਉਂਦਾ,
ਪਰ ਅਕਾਲ ਪੁਰਖ ਸਿਰਜਣਹਾਰ ਦੀ ਪ੍ਰੀਤ ਦੇ ਮਾਰਗ 'ਤੇ ਚੱਲਦਿਆਂ ਕਿਵੇਂ ਦੀ ਵੀ ਅਵਸਥਾ ਹੈ, ਚਾਹੇ ਪਾਪ ਭਰੀ ਹੈ ਚਾਹੇ ਪੁੰਨ ਭਰੀ ਹੈ, ਪਰ ਇਕਬਾਲ ਕਰਨਾ ਪਏਗਾ। ਇਹ ਨਹੀਂ ਕਿ ਅੰਤਰੀਵ ਦੇ ਵਿੱਚ ਪਾਪ ਹੈ ਅਤੇ ਉਸ ਦਾ ਇਕਬਾਲ ਨਾ ਕਰੇ, ਉਂਝ ਹੀ ਕਹੇ ਕਿ ਮੈਂ ਪ੍ਰੀਤ ਮਾਰਗ ਦਾ ਪਾਂਧੀ ਬਣ ਜਾਵਾਂਗਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕੁਝ ਛੁਪਾਉਣ ਦਾ, ਨਾ ਛੁਪਾਉਣ ਦਾ ਭਾਵ ਇਹ ਹੈ ਕਿ ਆਪਣੇ ਗੁਨਾਹ ਵੀ ਨਹੀਂ ਛੁਪਾਉਣੇ, ਜੋ ਹੈ ਉਵੇਂ ਦਾ ਆਪਣੇ ਮਾਲਕ ਸਾਹਮਣੇ ਇਕਬਾਲ ਕਰਨਾ। ਇਹ ਠੀਕ ਹੈ ਕਿ ਦੁਨੀਆ ਦੇ ਵਿੱਚ ਆਪਣੇ ਜੀਵਨ ਦੀ ਤੋਰ ਨੂੰ ਬਣਾਉਣ ਦੇ ਲਈ ਮਨੁੱਖ ਹਜ਼ਾਰਾਂ ਝੂਠਾਂ ਦਾ ਜਾਂ ਹਜ਼ਾਰਾਂ ਮਿੱਥਿਆ ਗੱਲਾਂ ਦਾ ਸਹਾਰਾ ਲੈ ਕੇ ਆਪਣੇ ਜੀਵਨ ਦੀ ਗੱਡੀ ਨੂੰ ਤੋਰਦਾ ਹੈ, ਕਿਉਂਕਿ ਦੁਨੀਆ ਵਿੱਚ ਸਾਰੇ ਪਾਸੇ ਸੱਚ ਦੀ ਮੌਜੂਦਗੀ ਨਹੀਂ ਹੈ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਅੱਲਾਹ ਤਾਲਾ ਦੇ ਮਾਰਗ 'ਤੇ ਚੱਲਣਾ ਹੈ ਤਾਂ ਪਹਿਲਾਂ ਹਿਰਦੇ ਦਾ ਸਮੁੱਚਾ ਇਕਬਾਲ ਕਰਨਾ ਪਏਗਾ, ਪਹਿਲਾ ਨੁਕਤਾ। ਦੂਜਾ ਨੁਕਤਾ ਹੈ, ਜਦੋਂ ਆਪਣੀ ਅਵਸਥਾ ਆਪਣੇ ਪ੍ਰੀਤਮ ਦੇ, ਆਪਣੇ ਮੁਰਸ਼ਦ ਦੇ ਸਾਹਮਣੇ ਰੱਖ ਦਿੱਤੀ ਹੈ, ਉਸ ਤੋਂ ਬਾਅਦ ਉਸ ਨੇ ਉਸ ਅਵਸਥਾ ਨੂੰ ਜਾਂਚ ਕੇ ਜਾਂ ਪਰਖ ਕੇ ਸਵਾਰਨ ਦੇ ਲਈ ਜੋ ਹੁਕਮ ਕੀਤਾ ਹੈ, ਉਹਨੂੰ ਕਿਸੇ ਤਰ੍ਹਾਂ ਦੀ ਸ਼ੰਕਾ, ਦੁਬਿਧਾ ਜਾਂ ਤਰਕ ਛੱਡ ਕੇ ਇੰਨ ਬਿੰਨ ਮੰਨ ਲੈਣਾ ਹੈ। ਇਹ ਨਹੀਂ ਕਿ ਜਿਵੇਂ ਇੱਕ ਦਫਾ ਆਪਣਾ ਅਰਪਣ ਵੀ ਕਰ ਦਿੱਤਾ, ਉਸ ਤੋਂ ਬਾਅਦ ਜੋ ਮੁਰਸ਼ਦ ਦਾ, ਗੁਰੂ ਦਾ ਹੁਕਮ ਹੋਇਆ ਜੀਵਨ ਨੂੰ ਸਵਾਰਨ ਦੇ ਲਈ, ਅਤੇ ਉਸ ਉਪਦੇਸ਼ ਨੂੰ ਸਮਝਣਾ ਕਿ ਇਹ ਮੇਰੇ ਮਾਫਕ ਨਹੀਂ ਹੈ, ਜਾਂ ਮੈਂ ਇਹਦੇ ਉੱਪਰ ਪੂਰੀ ਤਰ੍ਹਾਂ ਚੱਲ ਨਹੀਂ ਸਕਦਾ, ਜਾਂ ਮੇਰੇ ਵਿੱਚ ਧਾਰਨ ਕਰਨ ਦੀ ਸਮਰੱਥਾ ਨਹੀਂ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜਾ ਅਕਲ ਨੇ ਜਾਂ ਬੁੱਧੀ ਨੇ ਮੁਰਸ਼ਦ ਦੇ ਹੁਕਮ ਨੂੰ ਮੰਨਣ ਵਿੱਚ ਦਖਲ ਦੇਣਾ ਹੈ, ਉਸ ਤੋਂ ਵੀ ਰੋਕਣਾ। ਇਸ ਕਰਕੇ ਆਪਣੀ ਬੁੱਧੀ ਨੂੰ, ਆਪਣੀ ਅਕਲ ਨੂੰ, ਆਪਣੀ ਸਿਆਣਪ ਨੂੰ ਵੀ ਆਪਣੇ ਮੁਰਸ਼ਦ ਦੇ ਸਾਹਮਣੇ ਝੁਕਾ ਦੇਣਾ ਹੈ। ਕਿਤੇ ਉਹ ਨਾ ਮੁਰਸ਼ਦ ਦੇ ਹੁਕਮ ਦੇ ਵਿੱਚ ਦਖਲ ਦੇਣ ਦੇ ਵਿੱਚ, ਹੁਕਮ ਕਮਾਉਣ ਦੇ ਵਿੱਚ ਦਖਲ ਦੇਣ ਲੱਗ ਪਏ। ਦੂਜਾ ਨੁਕਤਾ ਕਿ ਆਪਣੀ ਬੁੱਧ ਦਾ, ਸਮਝ ਦਾ, ਸਿਆਣਪ ਦਾ ਵੀ ਸਮਰਪਣ ਕਰਨਾ ਹੈ। ਤੀਜਾ ਹੈ ਮਨੁੱਖ ਜਦੋਂ ਦੋ ਭਾਵ ਨੇ, ਪਹਿਲਾਂ ਆਪਣੇ ਆਪ ਦਾ ਜੋ ਕੁਝ ਹੈ ਉਹਦਾ ਇਕਬਾਲ ਕਰ ਲਿਆ, ਮੰਨ ਲਿਆ, ਉਸ ਤੋਂ ਬਾਅਦ ਉਹਨੂੰ ਸਵਾਰਨ ਦੇ ਲਈ ਜੋ ਮੁਰਸ਼ਦ ਦਾ ਹੁਕਮ ਹੈ ਉਹਦੇ ਉੱਪਰ ਇੰਨ ਬਿੰਨ ਚੱਲੇ, ਜਰਾ ਜਿੰਨਾ ਵੀ ਰੱਤੀ ਭਰ ਵੀ ਉਹਦੇ ਹੁਕਮ ਤੋਂ ਪਰਾਂ ਨਹੀਂ ਹੋਏ। ਤੀਜਾ ਨੁਕਤਾ ਹੈ ਕਿ ਹੁਕਮ ਮੰਨਦਿਆਂ, ਹੁਣ ਹੁਕਮ ਮੰਨਦਿਆਂ ਜੀਵਨ ਦੇ ਵਿੱਚ ਔਕੜਾਂ ਆਉਣਗੀਆਂ। ਜਦੋਂ ਕੁਦਰਤੀ ਅਸੀਂ ਅਧਰਮ ਦੇ ਮਾਰਗ 'ਤੇ ਚੱਲਦੇ ਹਾਂ ਤਾਂ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਚੀਜ਼ ਨੂੰ ਸਾਫ਼ ਕਰਨਾ ਹੋਵੇ ਫਿਰ ਹੀ ਯਤਨ ਕਰਨਾ ਪੈਂਦਾ। ਮੈਲੀ ਕਰਨੀ ਕਿਤੇ ਸੁੱਟ ਛੱਡੋ, 10 ਦਿਨ ਬਾਅਦ ਮੈਲੀ ਹੋ ਜਾਏਗੀ ਧੂੜ ਮਿੱਟੀ ਦੇ ਨਾਲ। ਹੁਣ ਜਲ ਹੈ, ਉਹਨੂੰ ਉੱਪਰ ਉਠਾਉਣਾ ਹੈ ਤਾਂ ਬੜਾ ਪ੍ਰੈਸ਼ਰ ਦੇਣਾ ਪੈਂਦਾ ਹੈ। ਜ਼ਮੀਨ 'ਤੇ ਵਹਾਉਣਾ ਹੋਵੇ ਤਾਂ ਕੋਈ ਯਤਨ ਨਹੀਂ ਹੈ। ਜ਼ਮੀਨ ਤੋਂ ਉੱਠਣਾ ਹੋਵੇ ਤਾਂ ਯਤਨ ਕਰਨਾ ਪੈਂਦਾ, ਡਿੱਗਣ ਲੱਗਿਆਂ ਕੋਈ ਬਹੁਤਾ ਯਤਨ ਕਰਨਾ ਨਹੀਂ ਪੈਂਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਆਪਣੇ ਮੁਰਸ਼ਦ ਦਾ ਹੁਕਮ ਮੁੱਲ ਗਿਆ, ਜੀਵਨ ਦੀ ਜਾਚ ਮਿਲ ਗਈ, ਜਿਹਦੇ ਨਾਲ ਜੀਵਨ ਜਿਹੜਾ ਹੈ ਸੋਨੇ ਵਰਗਾ, ਹੀਰੇ ਵਰਗਾ ਹੋ ਜਾਣਾ ਹੈ, ਜਦੋਂ ਉਹ ਉਪਦੇਸ਼ ਮਿਲ ਗਿਆ ਅਤੇ ਉਹਨੂੰ ਕਮਾਉਂਦਿਆਂ ਜਿਹੜੀਆਂ ਜੀਵਨ 'ਚ ਔਕੜਾਂ ਆਉਣੀਆਂ ਨੇ, ਜਾਂ ਜਿਹੜੀ ਕਿਸਮ ਦੀਆਂ ਅਨੈਤਿਕ ਚੀਜ਼ਾਂ ਦਾ, ਅਧਾਰਮਿਕ ਚੀਜ਼ਾਂ ਦਾ ਤਿਆਗ ਕਰਨਾ ਪੈਣਾ ਹੈ, ਜਾਂ ਵਿਸ਼ਿਆਂ ਤੋਂ, ਜਾਂ ਮਾੜੀ ਸੰਗਤ ਤੋਂ, ਜਾਂ ਜੋ ਵੀ ਜੀਵਨ ਦੇ ਵਿੱਚ ਗਿਰਾਵਟ ਭਰੀਆਂ ਗੱਲਾਂ ਤੋਂ ਦੂਰੀ ਬਣਾਉਣੀ ਹੈ, ਉਹ ਸਾਰੀ ਕਰਨੀ ਹੀ ਪਏਗੀ। ਇਹ ਨਹੀਂ ਕਿ ਇੱਕ ਤਰਫ ਮੈਂ ਮੁਰਸ਼ਦ ਦੇ ਸਾਹਮਣੇ ਸਮਰਪਣ ਕਰ ਦਿੱਤਾ, ਉਹਦੇ ਕੋਲੋਂ ਉੱਤਮ ਉਪਦੇਸ਼ ਵੀ ਲੈ ਲਿਆ, ਅਤੇ ਹੁਣ ਜਦੋਂ ਕਮਾਉਣਾ ਹੈ, ਕਮਾਉਣ ਕਰਕੇ ਥੋੜ੍ਹੀ ਜੀਵਨ 'ਚ ਪਰੇਸ਼ਾਨੀ ਆਉਂਦੀ ਹੈ ਅਤੇ ਕਹਿਣ ਲੱਗਾ ਕਿ ਨਹੀਂ ਹੁਣ ਨਹੀਂ ਕਮਾਉਣਾ। ਤਾਂ ਬਾਬਾ ਫਰੀਦ ਸਾਹਿਬ ਦੀ ਬਾਣੀ 'ਚ ਉਹਨਾਂ ਦੀ ਵਾਕ ਮਿਲਦੇ ਹਨ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀ ਹੈ। ਜੋ ਗੁਰ ਨੇ ਕਹਿ ਦਿੱਤਾ ਹੈ ਉਹ ਬਿਲਕੁਲ ਤੇਰੇ ਭਲੇ ਲਈ ਕਹਿ ਦਿੱਤਾ। ਹੁਣ ਕੁਦਰਤੀ ਹੈ, ਅਸੀਂ ਵੈਦ ਪਾਸ ਜਾਂਦੇ ਹਾਂ, ਡਾਕਟਰ ਪਾਸ ਜਾਂਦੇ ਹਾਂ, ਅਸੀਂ ਆਪਣਾ ਰੋਗ ਜਿਵੇਂ ਸੁਣਾ ਦਿੱਤਾ ਹੈ, ਉਹਦੀ ਵਿਥਿਆ ਦੱਸ ਦਿੱਤੀ ਹੈ। ਹੁਣ ਡਾਕਟਰ ਨੇ ਆਪਣੀ ਵਿੱਦਿਆ ਅਨੁਸਾਰ, ਆਪਣੀ ਅਕਲ ਸੂਝ-ਬੂਝ ਅਨੁਸਾਰ ਬੁੱਝ ਕੇ ਸਾਨੂੰ ਕੁਝ ਦਵਾ ਦੇਣੀ ਹੈ, ਕੁਝ ਪਰਹੇਜ਼ ਦੱਸਣੇ ਨੇ। ਇੰਝ ਹੀ ਸਤਿਗੁਰੂ ਜਿੱਥੇ ਸਾਨੂੰ ਸ਼ਬਦ ਦਾ ਗਿਆਨ ਦੇ ਕੇ ਕਥਾ, ਕੀਰਤਨ, ਜਪ ਰੂਪ ਦੇ ਵਿੱਚ ਅਭਿਆਸ ਦਿੰਦੇ ਨੇ, ਉੱਥੇ ਕੁਝ ਪਰਹੇਜ਼ਗਾਰੀ ਵੀ ਦੱਸਦੇ ਹਨ। ਜਿਵੇਂ ਸਾਕਤ ਸੰਗ ਨਾ ਕੀਜੀਐ, ਦੂਰ ਰਹਿ ਜਾਈਐ ਭਾਗ। ਜਿਵੇਂ ਬਾਣੀ 'ਚ ਵਾਕ ਨੇ, ਨਰ ਅਚੇਤ ਪਾਪ ਤੇ ਡਰ ਰੇ, ਜਾਂ ਬਾਣੀ ਦੇ ਵਿੱਚ ਵਾਕ ਨੇ, ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਉਪਦੇਸ਼ ਵੀ ਦੇਣਾ ਹੈ, ਪਰਹੇਜ਼ਗਾਰੀ ਵੀ ਦੱਸਣੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦ ਆਪਣੇ ਮੁਰਸ਼ਦ ਦੇ ਹੁਕਮ 'ਤੇ ਚੱਲਦਿਆਂ ਜੀਵਨ 'ਚ ਕਿੰਨੇ ਵੀ ਕਸ਼ਟ ਕਿਉਂ ਨਾ ਝਾਕਣੇ ਪੈਣ, ਇਸ ਗੱਲ ਤੋਂ ਘਬਰਾਉਣਾ ਨਹੀਂ, ਉਹਦੇ 'ਤੇ ਨਿਰੰਤਰ ਚੱਲਦੇ ਰਹਿਣਾ ਹੈ। ਬਾਣੀ ਦੇ ਵਿੱਚ ਸਮਰਪਣ ਦਾ ਇੱਕ ਜ਼ਿਕਰ ਆਉਂਦਾ ਹੈ, ਹਉ ਮਨ ਅਰਪੀ
ਸਭ ਤਨ ਅਰਪੀ ਅਰਪੀ ਸਭ ਦੇਸਾ, ਹਉ ਸਿਰ ਅਰਪੀ ਤਿਸ ਮੀਤ ਪਿਆਰੇ, ਜੋ ਪ੍ਰਭ ਦੇ ਸੰਦੇਸਾ। ਜਾਂ ਆਨੰਦ ਸਾਹਿਬ ਦੀ ਬਾਣੀ 'ਚ ਵਾਕ ਪੜ੍ਹਦੇ ਆ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਪਣੇ ਮੁਰਸ਼ਦ ਦੇ ਹੁਕਮਾਂ 'ਤੇ ਚੱਲਦਿਆਂ ਜੋ ਕੁਝ ਵੀ ਜੀਵਨ ਦੇ ਵਿੱਚ ਕਸ਼ਟ ਆਵੇ ਉਹਨੂੰ ਸਤ ਸਰੂਪ ਕਰਕੇ ਅਤੇ ਰਜਾ ਦੇ ਸਹਿਤ ਧਾਰਨ ਕਰਕੇ ਚੱਲਦੇ ਰਹਿਣਾ ਹੈ, ਤਾਂ ਕਿ ਤੇਰੀ ਬੰਦਗੀ ਦੇ ਵਿੱਚ ਕਿਸੇ ਕਿਸਮ ਦੀ ਰੁਕਾਵਟ ਨਾ ਆਵੇ। ਜੇ ਜੀਵਨ ਦੇ ਵਿੱਚ ਹੁਕਮ ਮੰਨਣ ਕਰਕੇ ਰੁਕਾਵਟ ਆ ਗਈ ਅਤੇ ਬੰਦਗੀ ਸੰਪੂਰਨ ਨਹੀਂ ਬਣੇਗੀ। ਇਹ ਤੀਜਾ ਨੁਕਤਾ ਕਿ ਨਿਰੰਤਰ ਸਾਧਨਾ ਕਰਦੇ ਜਾਣਾ ਹੈ। ਫਿਰ ਇੱਕ ਸਮਾਂ ਉਹ ਆਉਂਦਾ ਜਦੋਂ ਆਪਣੇ ਮੁਰਸ਼ਦ ਦੇ ਹੁਕਮ ਨੂੰ ਮੰਨਦਾ ਬੰਦਾ ਸਿਖਰ ਤੱਕ ਪਹੁੰਚ ਜਾਂਦਾ ਹੈ। ਮੁਰਸ਼ਦ ਨੂੰ ਇਲਮ ਹੋ ਜਾਂਦਾ ਕਿ ਹੁਣ ਇਹ ਪੂਰੀ ਤਰ੍ਹਾਂ ਪੱਕ ਗਿਆ ਹੈ। ਫਿਰ ਕੋਈ ਐਸੀ ਕਠਿਨ ਪ੍ਰੀਖਿਆ ਦੇ ਵਿੱਚ ਮੁਰਸ਼ਦ ਜਾਂ ਅਕਾਲ ਪੁਰਖ ਸਤਿਗੁਰੂ ਪਾਉਂਦੇ ਹਨ ਜਿਹਨੂੰ ਦੇਖ ਕੇ ਮਨੁੱਖ ਨੂੰ ਇੰਝ ਲੱਗਦਾ ਹੈ ਕਿ ਇੱਥੇ ਤਾਂ ਜੀਵਨ ਖਤਮ ਹੋ ਜਾਏਗਾ ਜੇ ਇਸ ਹੁਕਮ ਨੂੰ ਮੰਨ ਲਿਆ। ਮਤਲਬ ਕਿ ਸਾਧਨਾ ਕਰਵਾ ਕੇ ਜਦ ਮੁਰਸ਼ਦ ਨੂੰ ਲੱਗਦਾ ਕਿ ਇੰਨੇ ਭਾਣੇ ਦਾ, ਰਜਾ ਦਾ ਜਾਂ ਚੀਜ਼ਾਂ ਦੇ ਦੁੱਖ ਸੁੱਖ ਨੂੰ ਸਹਾਰਨ ਦਾ ਬਿਲਕੁਲ ਚੰਗਾ ਅਭਿਆਸ ਕਰ ਲਿਆ ਅਤੇ ਇਹਦਾ ਹਿਰਦਾ ਦ੍ਰਿੜ ਹੋ ਗਿਆ ਹੈ, ਦੁੱਖ ਸੁੱਖ ਦੇ ਵਿੱਚ, ਹਾਨ ਲਾਭ ਦੇ ਵਿੱਚ, ਉਸਤਤ ਨਿੰਦਾ ਦੇ ਵਿੱਚ, ਅਮੀਰੀ ਗਰੀਬੀ ਦੇ ਵਿੱਚ ਇੱਕੋ ਜਿਹਾ ਹਿਰਦਾ ਹੋ ਗਿਆ, ਅਤੇ ਫਿਰ ਉਹਦੀ ਅਵਸਥਾ ਨੂੰ ਪ੍ਰਮਾਣਿਤ ਕਰਨ ਦੇ ਲਈ ਮੁਰਸ਼ਦ ਉਹਨੂੰ ਕਿਸੇ ਕਠਿਨ ਪ੍ਰੀਖਿਆ ਦੀ ਕੋਈ ਉਹਦੇ ਉੱਪਰ ਘੜੀ ਬਣਾਉਂਦਾ ਹੈ। ਉਹ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਕਈ ਵਾਰੀ ਜਗਿਆਸੂ ਨੂੰ ਜਾਂ ਸਾਧਕ ਨੂੰ ਲੱਗਦਾ ਹੈ ਕਿ ਇਹਨੂੰ, ਇਸ ਪ੍ਰੀਖਿਆ ਨੂੰ ਅਗਰ ਮੈਂ ਪਾਰ ਕਰਨਾ ਚਾਹਿਆ ਜਾਂ ਇਹਦੇ ਵਿੱਚੋਂ ਗੁਜ਼ਰਨਾ ਚਾਹਿਆ ਤਾਂ ਮੇਰੀ ਮੌਤ ਹੋ ਜਾਏਗੀ। ਕੁਦਰਤੀ ਲੱਗਦਾ ਹੈ, ਪਰ ਪਤਾ ਹੁੰਦਾ ਕਿ ਮੁਰਸ਼ਦ ਨੇ ਇਸ ਕਠਿਨ ਪ੍ਰੀਖਿਆ ਵਿੱਚੋਂ ਲੰਘਾ ਕੇ ਉਸ ਥਾਂ 'ਤੇ ਬਿਠਾ ਦੇਣਾ ਜਿੱਥੇ ਜੀਵਨ ਦੇ ਵਿੱਚ ਗੁਣ ਹੀ ਗੁਣ, ਜੀਵਨ ਦੇ ਵਿੱਚ ਵਡਿਆਈ ਹੀ ਵਡਿਆਈ, ਪਵਿੱਤਰਤਾ ਹੀ ਪਵਿੱਤਰਤਾ ਰਹਿ ਜਾਣੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਸ ਕਠਿਨ ਪ੍ਰੀਖਿਆ ਤੋਂ ਵੀ ਘਬਰਾਉਣਾ ਨਹੀਂ ਚਾਹੀਦਾ। ਉਦੋਂ ਵੀ ਇੱਕ ਆਪਣੇ ਬਿਰਦੇ ਬਚਨਾਂ ਦੇ ਉੱਪਰ ਵਿਸ਼ਵਾਸ ਰੱਖ ਕੇ ਕਿ ਇਹ ਮੈਨੂੰ ਉਹ ਜੀਵਨ ਦੇਵੇਗਾ, ਇਹ ਮੇਰੇ ਜੀਵਨ ਦਾ ਰੱਖਿਅਕ ਹੈ। ਜੇ ਮੇਰਾ ਇਹ ਜੀਵਨ ਸਮਾਪਤ ਵੀ ਕਰ ਦੇਵੇਗਾ ਜਿਹੜਾ ਸਰੀਰਕ ਆਕਾਰ ਵਾਲਾ ਹੈ, ਅਤੇ ਅੱਗੇ ਕੋਈ ਐਸਾ ਅਮਰ ਜੀਵਨ ਦੇਵੇਗਾ ਜਿਹੜਾ ਜੀਵਨ ਕਦੀ ਮੁੱਕਣ ਵਾਲਾ ਨਹੀਂ ਹੈ। ਇਸ ਕਰਕੇ ਬਾਣੀ ਵਿੱਚ ਵਾਕ ਆਉਂਦੇ ਹਨ, ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖੇ ਪਾਏ ਰਾਮ, ਕਿ ਇੱਕ ਮਰਨ ਤੋਂ ਬਾਅਦ ਵੀ ਇੱਕ ਵੱਡਾ ਜੀਵਨ ਮਿਲਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਉਸ ਕਠਿਨ ਪ੍ਰੀਖਿਆ ਦੇ ਵਿੱਚੋਂ ਵੀ ਗੁਜ਼ਰਨਾ ਪੈਂਦਾ। ਜਿਵੇਂ ਪ੍ਰਮਾਣ ਸਾਡੇ ਕੋਲ ਹਨ, ਬਾਬਾ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਪਾਸ ਸਾਧਨਾ ਕਰਦੇ ਰਹੇ। ਪਤਾ ਹੈ ਕਿ ਅੰਦਰ ਮਰ ਚੁੱਕਿਆ ਇਹਨਾਂ ਦਾ, ਹਉਮੈ ਤੋਂ ਬਿਲਕੁਲ ਮਨਫੀ ਹੋ ਗਏ ਨੇ, ਪਤਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ। ਫਿਰ ਵੀ ਉਹਨਾਂ ਨੇ ਇੱਕ ਲਾਸਟ ਪ੍ਰੀਖਿਆ ਪਾਈ। ਜਦ ਕਹਿਣ ਲੱਗੇ ਕਿ ਮੇਰਾ ਖਹਿੜਾ ਛੱਡ ਵਾਪਸ ਚਲਿਆ ਜਾ, ਅਤੇ ਬਾਬਾ ਲਹਿਣਾ ਜੀ ਕਹਿਣ ਲੱਗੇ ਭਾਈ ਲਹਿਣਾ ਜੀ ਕਿ ਵਾਪਸ ਜਾਣ ਲਈ ਨਹੀਂ ਆਇਆ, ਮਗਰ ਚੱਲਣ ਦੇ ਲਈ ਆਇਆ। ਜਿਹੜੇ ਕਦਮਾਂ 'ਤੇ ਸਤਿਗੁਰੂ, ਜਿਹੜੀ ਧਰਤੀ ਦੇ ਤੁਹਾਡੇ ਮੁਬਾਰਕ ਕਦਮ ਲੱਗਣੇ ਨੇ, ਇਨ ਬਿਨ ਉਹਦੇ ਅਨੁਸਾਰ ਚੱਲਣਾ ਹੀ ਮੇਰੇ ਜਿਹੜਾ ਮੁਰੀਦ ਹੋਣ ਦਾ ਕਰਮ ਹੈ। ਤਾਂ ਕਹਿਣ ਲੱਗੇ ਜੇ ਮੇਰੇ ਮਗਰ ਚੱਲਣਾ ਤਾਂ ਮੁਰਦਾ ਖਾਣਾ ਸ਼ੁਰੂ ਕਰ। ਹੁਣ ਕੁਦਰਤੀ ਹੈ, ਬੰਦਾ ਤਾਂ ਠੀਕ ਤਰੀਕੇ ਨਾਲ ਪੱਕਿਆ ਹੋਇਆ ਭੋਜਨ ਨਾ ਹੋਵੇ ਉਹ ਵੀ ਖਾਣ ਤੋਂ ਨਾ ਕਰ ਦਿੰਦਾ ਹੈ। ਤਾਂ ਹੁਣ ਬਾਬਾ ਭਾਈ ਲਹਿਣਾ ਜੀ ਦੀ ਅੰਦਰੋਂ ਜਿਹੜੀ ਹਉ ਮਰ ਗਈ ਹੈ, ਜਿਹੜੀ ਸ਼ਬਦ ਵਿੱਚੋਂ ਮੌਤ ਤੋਂ ਬਾਅਦ ਜਿਹੜਾ ਜੀਵਨ ਮਿਲਿਆ ਹੈ, ਉਸ ਜੀਵਨ ਦਾ ਪ੍ਰਗਟਾਵਾ ਕਰਨ ਦੇ ਲਈ ਗੁਰੂ ਸਾਹਿਬ ਜੀ ਕਹਿੰਦੇ ਮੁਰਦਾ ਖਾਣਾ ਸ਼ੁਰੂ ਕਰ। ਅਤੇ ਕਹਿੰਦੇ ਕਿਹੜੀ ਤਰਫੋਂ? ਜਦੋਂ ਇੰਨੇ ਵਾਕੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਗਲੇ ਨਾਲ ਲਗਾ ਕੇ ਕਿਹਾ ਕਿ ਤੂੰ ਲਹਿਣਾ ਨਹੀਂ, ਹੁਣ ਅੰਗਦ ਹੋ ਗਿਆ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਕਿ ਐਸੀ ਕਠਿਨ ਪ੍ਰੀਖਿਆ ਪੈਂਦੀ ਹੈ ਜਿਹਦੇ ਵਿੱਚ ਜਾ ਕੇ, ਅਤੇ ਫਿਰ ਇਕੱਲਾ ਇੰਨਾ ਨਹੀਂ, ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਇਸ ਤੋਂ ਵੀ ਪਹਿਲਾਂ ਇੱਕ ਪੜਾਅ ਵਾਪਰਦਾ ਹੈ ਕਿ ਕਈ ਵਾਰੀ ਮੁਰਸ਼ਿਦ ਤੁਹਾਨੂੰ ਪੂਰਾ ਸ਼ੁੱਧ ਕਰਨ ਦੇ ਲਈ ਸਾਰਾ ਕੁਝ ਤੁਹਾਡੇ ਕੋਲੋਂ ਲੈ ਲੈਂਦਾ ਹੈ, ਪਰਿਵਾਰ ਵੀ ਲੈ ਲੈਂਦਾ ਹੈ, ਪਦਾਰਥ ਵੀ ਲੈ ਲੈਂਦਾ, ਜੀਵਨ ਦੀ ਪ੍ਰਤਿਭਾ, ਇੱਜ਼ਤ, ਮਾਣ, ਇਹ ਵੀ ਸਾਰਾ ਕੁਝ ਉਸ ਰੱਬੀ ਮਾਰਗ 'ਤੇ ਵਾਰਨਾ ਪੈ ਜਾਂਦਾ ਹੈ। ਅਤੇ ਬਾਬਾ ਫਰੀਦ ਸਾਹਿਬ ਜੀ ਆਖਦੇ ਜੇ ਮੈਂ ਹੁੰਦਾ ਵਾਰਿਆ, ਕਿ ਅਕਾਲ ਪੁਰਖ ਦੇ ਸਨਮੁਖ ਆਖਦੇ ਹਨ ਭਗਤ ਰੂਪ ਦੇ ਵਚਨ ਕਿ ਅਕਾਲ ਪੁਰਖ ਜੇ ਤੇਰੇ ਮੈਂ ਮਾਰਗ 'ਤੇ ਚੱਲਿਆ ਅਤੇ ਮੈਂ ਕੁਝ ਲੁਕਾ ਛੁਪਾ ਕੇ ਨਹੀਂ ਰੱਖਿਆ। ਇਹ ਨਹੀਂ ਕਿ ਮੂੰਹ ਦੇ ਤਲ ਤੋਂ ਕਹੀ ਜਾਣਾ ਮੈਂ ਸਿੱਖ ਹਾਂ, ਨਾ ਨਿਤਨੇਮ ਜੀਵਨ ਦੀ ਸਾਧਨਾ, ਨਾ ਸ਼ਬਦ ਵਿਚਾਰ ਦੇ ਨਾਲ ਪਿਆਰ, ਨਾ ਸੇਵਾ ਦਾ ਕੋਈ ਉਦਮ, ਨਾ ਕਿਸੇ ਹੋਰ ਤਰ੍ਹਾਂ ਦੀ ਗੁਰੂ ਕੇ ਬਚਨ ਕਮਾਉਣ ਦੀ ਕਰਨੀ, ਕੇਵਲ ਕਹਿਣ ਮਾਤਰ ਨਹੀਂ। ਇਸ ਕਰਕੇ ਦੇਖੋ ਕੁਦਰਤੀ ਹੈ, ਵਰਤਮਾਨ ਸਮੇਂ 'ਚ ਬੱਚੇ ਆਪਣੀ ਵਿੱਦਿਆ ਦੀ ਸਾਧਨਾ ਪੂਰੀ ਕਰਦੇ ਨੇ, ਸਕੂਲ 'ਚ ਵੱਖਰੀ ਤਾਲੀਮ ਮਿਲ ਰਹੀ ਹੈ,
ਘਰ ਆ ਕੇ ਇੱਕ ਵੱਖਰੇ ਅਧਿਆਪਕ ਦਾ ਪ੍ਰਬੰਧ ਕਰਕੇ ਤਾਲੀਮ ਲੈ ਰਹੇ ਨੇ। ਮਾਤਾ ਪਿਤਾ ਵੀ ਯਥਾ ਸਮਰੱਥਾ ਅਨੁਸਾਰ ਵਿੱਦਿਆ ਪ੍ਰਾਪਤੀ 'ਚ ਮਦਦ ਕਰ ਰਹੇ ਨੇ। ਖੁਦ ਵੀ ਆਪਣੀ ਬੁੱਧੀ ਦਾ ਤਾਣ ਲਗਾ ਰਹੇ ਨੇ। 4-5 ਸਹਾਇਕ ਜੁੜੇ ਨੇ, ਫਿਰ ਜਾ ਕੇ ਇੱਕ ਬੱਚੇ ਦੀ ਚੰਗੀ ਵਿੱਦਿਆ ਵਾਲੀ ਸ਼ਖਸੀਅਤ ਘੜੀ ਜਾਂਦੀ ਹੈ। ਅਤੇ ਅਧਿਆਤਮਿਕ ਮਾਰਗ 'ਤੇ ਇਹ ਸਾਰਾ ਕੁਝ ਸ਼ਾਮਲ ਕਰਨਾ ਪੈਂਦਾ ਹੈ। ਇਕੱਲਾ ਬੰਦਗੀ ਦਾ ਨੁਕਤਾ ਇਹ ਨਹੀਂ ਕਿ ਜੇ ਅਸੀਂ ਸ਼ਬਦ ਵਿਚਾਰ ਜਾਂ ਜਪ ਅਭਿਆਸ ਕਰਦੇ ਕਿ ਇੰਨੇ ਨਾਲ ਗੱਲ ਹੋ ਗਈ। ਆਪਣੇ ਤਨ ਦਾ ਪ੍ਰਯੋਗ ਵੀ ਸੇਵਾ ਦੇ ਵਿੱਚ ਲਾਉਣਾ ਪੈਂਦਾ ਹੈ। ਆਪਣੇ ਧਨ ਦੀ ਹੰਗਤਾ ਨਾ ਬਣੇ, ਧਨ ਨੂੰ ਵੀ ਸੇਵਾ ਦੇ ਵਿੱਚ ਲਾਉਣਾ ਪੈਂਦਾ ਹੈ। ਆਪ ਜੀ ਨੇ ਭਾਈ ਮਨ ਜੀ ਦਾ ਜੀਵਨ ਸੁਣਿਆ। ਗੁਰੂ ਸਾਹਿਬ ਜੀ ਦਾ ਬਚਨ ਕਮਾਉਣ ਦੇ ਲਈ ਇੱਕ ਦਫਾ ਉਹਨਾਂ ਦੀ ਪੁੱਤਰੀ ਦਾ ਰਿਸ਼ਤਾ ਇੰਜ ਕਰਨਾ ਪਿਆ, ਦੂਸਰੀ ਦਫਾ ਉਹਨਾਂ ਦੀ ਪਤਨੀ ਇਸ ਤਰ੍ਹਾਂ ਕਿਸੇ ਜਗ੍ਹਾ ਪੱਕੀ ਨੌਕਰਾਣੀ ਹੋ ਗਈ ਅਤੇ ਫਿਰ ਜਾ ਕੇ ਉਹਨਾਂ ਨੂੰ ਗੁਰੂ ਦਰ ਦੇ ਦਰਸ਼ਨ ਨਸੀਬ ਹੋਏ। ਪਰ ਭਾਈ ਮਨ ਜੀ ਇਸ ਗੱਲ ਤੋਂ ਘਬਰਾਏ ਨਹੀਂ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਜੇ ਮੈਂ ਹੁੰਦਾ ਵਾਰਿਆ, ਜੇ ਮਾਲਕ ਮੈਂ ਤੇਰੇ ਮਾਰਗ 'ਤੇ ਚੱਲਿਆ ਅਤੇ ਮੈਂ ਦੁਨੀਆਦਾਰ ਵਾਂਗਾ ਨਹੀਂ ਚੱਲਿਆ ਕਿ ਕੇਵਲ ਮੂੰਹ ਦੀ ਪ੍ਰਤੀਤ ਰੱਖੀ ਹੈ, ਅੰਦਰੋਂ ਕੋਈ ਪਿਆਰ ਨਹੀਂ। ਮੈਂ ਤਾਂ ਸਮਰਪਣ ਹੀ ਐਸਾ ਕੀਤਾ ਹੈ ਕਿ ਸਾਰਾ ਕੁਝ ਤੇਰਾ ਹੈ। ਬਾਣੀ 'ਚ ਵਾਕ ਪੜ੍ਹਦੇ ਹਾਂ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਬਾਣੀ 'ਚ ਉਹਨਾਂ ਨੇ ਸਮਰਪਣ ਦਾ ਇੱਕ ਢੰਗ ਵੀ ਦੱਸਿਆ ਬਾਬਾ ਫਰੀਦ ਸਾਹਿਬ ਜੀ ਨੇ ਕਿ ਇੰਜ ਨਹੀਂ ਚੱਲਿਆ ਜਾ ਸਕਦਾ। ਦੁਨੀਆਦਾਰੀ ਦੇ ਵਿੱਚ ਅਸੀਂ ਚੱਲਦੇ ਹਾਂ, ਮੂੰਹ ਤੋਂ ਕੁਝ ਹੋਰ ਜਚਾਉਂਦੇ ਹਾਂ, ਦਿਲ ਦੇ ਵਿੱਚ ਕੁਝ ਹੋਰ ਹੁੰਦਾ ਹੈ। ਪਰ ਭਗਤੀ ਮਾਰਗ 'ਤੇ ਇੰਜ ਨਹੀਂ ਚੱਲਦਾ। ਉੱਥੇ ਦੇਖਿਆ ਹੀ ਦਿਲ ਜਾਂਦਾ ਹੈ, ਉੱਥੇ ਦੇਖਿਆ ਹੀ ਬੰਦੇ ਦਾ ਅੰਦਰ ਜਾਂਦਾ ਹੈ। ਤਾਂ ਇਹ ਤਾਂ ਕਿਹਾ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜੇ ਮੈਂ ਹੁੰਦਾ ਵਾਰਿਆ, ਮੇਰੇ ਕੋਲੋਂ ਜੀਵਨ ਦਾ ਜਿਹੜਾ ਤਾਣ ਸੀ, ਚਾਹੇ ਉਹ ਸਰੀਰ ਹੁਣ ਕੁਦਰਤੀ ਹੈ। ਅਸੀਂ ਜਿੰਨਾ ਕੁਝ, ਮੈਂ ਕਿਸੇ ਸ਼ਾਇਰ ਦਾ ਸ਼ੇਅਰ ਸੁਣਿਆ, ਉਹਦਾ ਅਰਥ ਇਹ ਸੀ ਕਿ ਦਿੱਤਾ ਹੋਇਆ ਸਾਰਾ ਕੁਝ ਰੱਬ ਦਾ ਹੈ, ਅੱਲਾਹ ਤਾਲਾ ਦਾ ਹੈ, ਪਰ ਕਬਜ਼ਾ ਇੰਜ ਕੀਤਾ, ਦਾਅਵਾ ਇੰਜ ਜਤਾਇਆ ਕਿ ਜਿੰਨੇ ਦਿੱਤਾ ਸੀ ਉਹਦੀ ਅਮਾਨਤ ਉਹਨੂੰ ਪੂਰੀ ਤਰ੍ਹਾਂ ਅਦਾ ਨਹੀਂ ਕਰ ਸਕੇ, ਅੱਧ ਵਿਚਾਲੇ ਗੱਲ ਰਹਿ ਗਈ। ਭਾਵ ਕਿ ਸਰੀਰ ਦਾ ਤਾਣ ਮਿਲਿਆ ਹੈ, ਕਦੇ ਇਹਨੂੰ ਭਗਤੀ ਦੇ ਪ੍ਰਯੋਜਨ ਵੱਲ ਨਹੀਂ ਲਗਾਇਆ। ਦਿੱਤਾ ਅਕਾਲ ਪੁਰਖ ਦਾ ਹੈ। ਇਸ ਸਰੀਰ ਦੇ ਪੂਰੇ ਤਾਣ ਨੂੰ, ਚਾਹੇ ਉਹ ਸਰੀਰਕ ਤੌਰ 'ਤੇ ਮਜ਼ਦੂਰੀ ਕਰਨ ਵਾਲਾ ਹੋਵੇ, ਚਾਹੇ ਬੁੱਧੀ ਦੇ ਤਾਣ ਨਾਲ ਕੋਈ ਬੜਾ ਅਕਲ ਦਾ, ਬਾਰੀਕੀ ਦਾ ਕੰਮ ਕਰਨ ਵਾਲਾ ਹੋਵੇ, ਜਾਂ ਕਿਸੇ ਹੁਨਰ ਦੇ ਨਾਲ ਕਿਸੇ ਵੱਡੀ ਕਲਾ ਦਾ ਪ੍ਰਗਟਾਵਾ ਕਰਨਾ ਹੋਵੇ, ਸਾਰਾ ਸੰਸਾਰ ਦੀ ਤਰਫ ਲਗਾਇਆ ਹੈ, ਨਿਰੰਕਾਰ ਦੀ ਤਰਫ ਨਹੀਂ ਬੰਦਾ ਲਗਾਉਂਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਸਾਰਾ ਕੁਝ ਜੀਵਨ ਦਾ ਜਿਹੜਾ ਸਮਰਪਣ ਹੈ ਉਹ ਕਰਨਾ ਪੈਂਦਾ। ਅਤੇ ਇੱਥੇ ਇਹ ਨਹੀਂ ਚੱਲੇਗਾ ਕਿ ਮੂੰਹ ਤੋਂ ਬੜੀ ਨਿਮਰਤਾ ਹੈ ਪਰ ਹਿਰਦੇ ਵਿੱਚ ਨਹੀਂ ਹੈ। ਇੱਥੇ ਤਾਂ ਦੇਖਿਆ ਹੀ ਬੰਦੇ ਦਾ ਅੰਤਰੀਵ ਜਾਂਦਾ। ਇਸ ਕਰਕੇ ਆਖਦੇ ਹਨ, ਜੇ ਮੈਂ ਹੁੰਦਾ ਵਾਰਿਆ, ਮੈਂ ਇਕੱਲਾ ਉਸ ਰੱਬੀ ਮਾਰਗ 'ਤੇ ਚੱਲ ਕੇ ਇਹ ਨਹੀਂ, ਸਾਰਾ ਕੁਝ ਕੀਤਾ। ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਦੀ ਘਟਨਾ ਹੈ। ਮਤਲਬ ਬੜੇ ਅਭਿਆਸ ਉਹਨਾਂ ਦੇ ਜੀਵਨ 'ਚੋਂ ਇਸ ਤਰ੍ਹਾਂ ਦੇ ਮਿਲ ਜਾਂਦੇ ਨੇ। ਉਹਨਾਂ ਦਾ ਇੱਕ ਬੱਚਾ ਛੋਟੀ ਉਮਰ ਦੇ ਵਿੱਚ ਭੁੱਖ ਦੀ ਕਾਰਨ ਜਿਹੜਾ ਸੀ ਫੌਤ ਹੋ ਗਿਆ, ਭਾਵ ਕਿ ਅਕਾਲ ਚਲਾਣਾ ਕਰ ਗਿਆ। ਅਤੇ ਉਹਦਾ ਜਦੋਂ ਹੁਣ ਦਫਨਾਉਣਾ ਹੁੰਦਾ ਇਸਲਾਮੀ ਮਜ਼ਹਬ ਦੇ ਵਿੱਚ, ਤਾਂ ਉਹਨਾਂ ਦੀ ਆ ਕੇ ਪਤਨੀ ਨੇ ਉਹਨਾਂ ਦੇ ਨਾਲ ਪਹਿਲਾਂ ਦੁੱਖ ਸਾਂਝਾ ਕੀਤਾ ਕਿ ਆਪਣਾ ਇੱਕ ਬੱਚਾ ਫੌਤ ਹੋ ਗਿਆ ਹੈ, ਤੁਹਾਨੂੰ ਇਹਦੀ ਖਬਰ ਹੋਣੀ ਚਾਹੀਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਨੇ ਵਾਕ ਕਿਹਾ ਕਿ ਉਹਦਾ ਭੇਜਣ ਵਾਲਾ, ਉਹਦੇ ਲਿਜਾਣ ਵਾਲਾ ਇੱਕੋ ਹੈ। ਉਹਦੀ ਰਜਾ ਵਿੱਚ ਮੈਂ ਕਿਸੇ ਤਰੀਕੇ ਨਾਲ ਵੀ ਦਖਲ ਨਹੀਂ ਦੇ ਸਕਦਾ। ਜੇ ਮੇਰੀ ਔਕਾਤ ਹੋਵੇ ਤਾਂ ਮੈਂ ਉਹਦੇ ਜਾਣ ਦਾ ਰੋਸ ਕਰਾਂ ਜਾਂ ਕਿਸੇ ਤਰ੍ਹਾਂ ਦਾ ਰੁਦਨ ਕਰਾਂ। ਉਹਦੀ ਰਜਾ ਦੇ ਵਿੱਚ ਮੈਂ ਸੋਚਿਆ ਕਿ ਪੂਰੇ ਦਾ ਪੂਰਾ ਚੱਲਣਾ ਹੈ। ਉਹਨੇ ਜਦੋਂ ਭੇਜਿਆ ਸੀ ਉਦੋਂ ਮੈਨੂੰ ਨਹੀਂ ਪੁੱਛਿਆ, ਹੁਣ ਲੈ ਗਿਆ, ਮੈਨੂੰ ਨਹੀਂ ਪੁੱਛੇਗਾ। ਫਿਰ ਕਹਿਣ ਲੱਗੀ, ਹੁਣ ਦਫਨਾਉਣਾ, ਕੋਈ ਕੱਪੜਾ ਵੀ ਘਰ ਦੇ ਵਿੱਚ ਨਹੀਂ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਕਿ ਮਾਲਕ ਸਾਰਿਆਂ ਨੂੰ ਨਗਨ ਭੇਜਦਾ, ਮੈਂ ਇਸ ਚੀਜ਼ ਦੇ ਵਿੱਚ ਵੀ ਦਖਲ ਨਹੀਂ ਦੇ ਸਕਦਾ ਕਿ ਉਹਨੂੰ ਢੱਕਣ ਦਾ ਯਤਨ ਕਰਨ ਦਾ ਕੋਈ ਯਤਨ ਕਰਕੇ ਇਸ ਤਰ੍ਹਾਂ ਦਾ ਕਰ ਲਿਓ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਜੇ ਮੈਂ ਹੁੰਦਾ ਵਾਰਿਆ, ਇਕੱਲਾ ਇੱਕ ਨਹੀਂ, ਸਾਰਾ ਕੁਝ ਸਮਰਪਣ ਕਰਨਾ ਪੈਂਦਾ ਹੈ। ਹੁਣ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਦਾ ਆਪ ਜੀ ਨੇ ਪ੍ਰਮਾਣ ਸੁਣਿਆ ਕਿ ਕੁਦਰਤੀ ਉਹ ਬੜੇ ਉੱਤਮ ਲਿਖਣੀ ਵਾਲੇ ਸਨ, ਵਿਦਵਾਨ ਸਨ, ਭਾਸ਼ਾਵਾਂ ਦਾ, ਅਰਬੀ ਫਾਰਸੀ ਦਾ ਉਹਨਾਂ ਨੂੰ ਬਹੁਤ ਚੰਗਾ ਗਿਆਨ ਸੀ। ਇਸਲਾਮੀ ਮਜ਼ਹਬ ਦੀ ਸਿੱਖਿਆ ਉਹਨਾਂ ਨੇ ਬੜੇ ਗੂੜ੍ਹ ਢੰਗ ਨਾਲ ਪ੍ਰਾਪਤ ਕੀਤੀ ਹੋਈ ਸੀ। ਅਤੇ ਰੋਜ਼ਾਨਾ ਤਾਵੀਜ਼ ਲਿਖਣੇ ਪੈਂਦੇ ਸਨ। ਤਾਂ ਇੱਕ ਵਾਰੀ ਥੋੜ੍ਹਾ ਜਿਹਾ ਉਹਦੇ ਤੋਂ ਕਾਹਲੇ ਪੈ ਗਏ। ਆਪਣੇ ਮੁਰਸ਼ਿਦ ਖਵਾਜਾ ਬਖਤਿਆਰ ਕਾਕੀ ਨੂੰ ਪੁੱਛਿਆ, ਲਿਖਿਆ ਕਰਾਂ ਕਿ ਨਾ? ਉਹ ਕਹਿਣ ਲੱਗੇ, ਬਾਦ ਦਸਤੂਰ ਲਿਖਦਾ ਰਹਿ, ਇਹ ਅੱਲਾ ਦਾ ਕਰਮ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਜੇ ਮੈਂ ਹੁੰਦਾ ਵਾਰਿਆ,
ਸਾਰਾ ਕੁਝ ਉਸ ਮਾਰਗ 'ਤੇ ਲਗਾਇਆ ਹੈ। ਪਰਿਵਾਰ ਤੱਕ ਵੀ ਲਗਾਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਅਸੀਂ ਸਾਰੇ ਦੇਖਦੇ ਹਾਂ। ਅਸੀਂ ਨਾ ਸਵਈਆਂ ਦੇ ਵਿੱਚ ਇੱਕ ਵਾਕ ਪੜ੍ਹਦੇ ਹਾਂ, ਕਈ ਵਾਰੀ ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਇਹ ਨਹੀਂ ਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਰਮ ਸ਼ਖਸੀਅਤ ਨੂੰ ਕਿਸੇ ਇੱਕ ਵਾਕ 'ਚ ਸਮੇਟਣ ਦੇ ਲਈ ਕਹਿ ਰਹੇ ਹਾਂ, ਪਰ ਆਖਦੇ ਹਾਂ ਕਿ ਜਿਹੜਾ ਉਹਨਾਂ ਨੇ ਇੱਕ ਵਾਕ ਹੈ ਉਹਨਾਂ ਦੇ ਜੀਵਨ ਦਾ ਸੰਪੂਰਨ ਬਿਆਨ ਹੋ ਸਕਦਾ ਹੈ। ਜਿਨ ਪ੍ਰੇਮ ਕੀਓ ਤਿੰਨੀ ਪ੍ਰਭ ਪਾਇਓ। ਅਸੀਂ ਮਾਨਵਤਾ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਪ੍ਰੇਮ ਹੈ, ਖਲਕਤ ਦੇ ਨਾਲ ਉਹਨਾਂ ਦੀ ਮੁਹੱਬਤ ਹੈ, ਟੇਕੇ ਨਹੀਂ ਬੈਠੇ ਸਾਰੀ ਜ਼ਿੰਦਗੀ। ਸੰਭਵ ਤਰੀਕੇ ਦੇ ਨਾਲ ਜੇ ਬਾਬਰ ਨੂੰ ਜਾਬਰ ਕਹਿਣਾ ਪਿਆ, ਜੇ ਸੱਜਣ ਠੱਗ ਵਰਗਿਆਂ ਦਾ ਕਪਟ ਉਘਾੜਨਾ ਪਿਆ, ਜੇ ਕੌਡੇ ਵਰਗਿਆਂ ਦਾ ਸਾਹਮਣਾ ਕਰਨਾ ਪਿਆ, ਜੇ ਆਪਣੇ ਘਰ-ਬਾਰ ਦੇ ਸੁੱਖ ਐਸ਼ੋ ਆਰਾਮ ਤਿਆਗ ਕੇ ਮਾਨਵਤਾ ਦੇ ਲਈ ਦਰ ਗੁਜ਼ਰਨਾ ਪਿਆ, ਤੇ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਖਿੜੇ ਮਸਤਕ ਕਬੂਲ ਕੀਤਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡਾ ਜੀਵਨ ਖਾਲਸੇ ਵਾਂਗ ਨਿਰਮਿਤ ਹੋ ਜਾਏ ਸਾਰਾ ਕੁਝ ਲਗਾਇਆ, ਆਪਣੇ ਜੀਵਨ ਵੀ, ਪਰਿਵਾਰ ਦਾ ਜੀਵਨ ਵੀ, ਧਨ ਵੀ, ਪਦਾਰਥ ਵੀ। ਇਸ ਕਰਕੇ ਜੀਵਨ ਦੇ ਵਿੱਚ ਇੱਕ ਗੱਲ ਯਾਦ ਰੱਖਣਾ ਕਿ ਜਦੋਂ ਵੀ ਕੋਈ ਭਗਤੀ ਮਾਰਗ ਦੇ ਵਿੱਚ ਤਰੱਕੀ ਚਾਹੁੰਦੇ ਹੋ, ਸਾਰਾ ਕੁਝ ਕਰਨਾ ਪੈਂਦਾ। ਅੱਜ ਦੇਖੀਦਾ ਜੀਵਨ ਦੇ ਵਿੱਚ, ਮੈਨੂੰ ਕਿਸੇ ਦਫਾ ਕਿਸੇ ਸਿੱਖ ਪੰਥ ਦੇ ਬੜੇ ਸੁਘੜ ਵਿਦਵਾਨ ਨੇ ਕਿਹਾ ਸੀ, ਕਹਿੰਦਾ ਜੇ ਦੁਨੀਆ ਦੇ ਵਿੱਚ ਦੇਖਣਾ ਹੋਵੇ ਨਾ, ਇੱਕ ਸਿੱਖ ਦਾ ਜੀਵਨ ਸਭ ਤੋਂ ਕਠਿਨ ਜੀਵਨ ਹੈ। ਮੈਂ ਕਿਹਾ ਜੀ ਕੁਦਰਤੀ ਕਿਵੇਂ? ਕਹਿਣ ਲੱਗਾ ਦੇਖ, ਜਿਹੜੇ ਵੇਲੇ ਦੇ ਵਿੱਚ ਲੋਕ ਆਖਦੇ ਨੇ ਕਿ ਨੀਂਦ ਬੜੀ ਮਿੱਠੀ ਆਉਂਦੀ ਹੈ, ਬੜੀ ਸਵਾਦੀ ਨੀਂਦ ਆਉਂਦੀ ਹੈ, ਕਹਿੰਦਾ ਉਸ ਵੇਲੇ 'ਤੇ ਸਾਨੂੰ ਸਤਿਗੁਰੂ ਨੇ ਸ਼ਬਦ ਦਾ ਅਭਿਆਸ ਨਿਤਨੇਮ ਦਿੱਤੀ ਹੋਈ ਹੈ। ਅਕਾਲ ਪੁਰਖ ਦੀ ਸਿਫਤ ਸਲਾਹ ਕਿਰਤ ਦੇ ਵਿੱਚੋਂ, ਜਿਹਦੇ ਵਿੱਚ ਬੰਦੇ ਕਰੋੜਪਤੀ ਹੋਣਾ ਚਾਹੁੰਦੇ ਨੇ, ਸਾਨੂੰ ਉਹਦੇ ਵਿੱਚ ਕਿਹਾ ਕਿ ਤੇਰੀ ਕਿਰਤ ਨਹੀਂ ਮੈਲੀ ਹੋਣੀ ਚਾਹੀਦੀ, 10 ਨੌਆਂ ਦੀ ਕਰਨੀ ਹੈ, ਅਤੇ ਉਸ ਤੋਂ ਬਾਅਦ ਦਸਵੰਧ ਵੀ ਇਹਦੇ ਨਾਲ ਜਾਰੀ ਰੱਖਣਾ ਹੈ। ਕਹਿੰਦੇ ਉਸ ਤੋਂ ਬਾਅਦ ਜਿਹੜਾ ਹੈ ਸ਼ਾਮ ਵੇਲੇ ਗੁਰੂਦੁਆਰ ਜਾਣਾ, ਫਿਰ ਆਪਣੇ ਤਨ ਦਾ ਪ੍ਰਯੋਗ ਸੇਵਾ ਦੇ ਵਿੱਚ ਕਰਨਾ, ਸ਼ਬਦ ਦੀ ਵਿਚਾਰ ਦੇ ਨਾਲ ਮਨ ਦੀ ਸੰਭਾਲ ਕਰਨੀ, ਅਤੇ ਜਦ ਜ਼ੁਲਮ ਹੋਵੇ ਉਦੋਂ ਸਾਰਾ ਕੁਝ ਭੁੱਲ ਕੇ ਉਹਦੇ ਖਿਲਾਫ ਖੜ ਜਾਣਾ, ਅਤੇ ਇਸੇ ਤਰ੍ਹਾਂ ਚੱਲਦਿਆਂ ਆਪਣੇ ਸਾਰੇ ਗੁਮਾਨ ਭੁੱਲ ਕੇ ਸ਼ੂਦਰਾਂ ਵਾਂਗ ਸੇਵਾ ਕਰਨੀ। ਕਹਿੰਦਾ ਇੰਨਾ ਜ਼ਿਆਦਾ ਕਠਿਨ ਜੀਵਨ ਹੈ ਕਿ ਜੇ ਚੱਜ ਨਾਲ ਇੱਕ ਦਿਨ ਵੀ ਜੀਵਿਆ ਜਾਵੇ ਤਾਂ ਸਾਨੂੰ ਪਤਾ ਲੱਗ ਜਾਏ ਸਿੱਖੀ ਦੀ ਮਾਰਗ ਕਿੰਨਾ ਗਾਖੜੀ ਹੈ, ਕਿੰਨਾ ਕਠਿਨ ਭਰਿਆ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਹੇ ਅਕਾਲ ਪੁਰਖ, ਜੇ ਤੇਰੇ ਮਾਰਗ 'ਤੇ ਚੱਲਦਿਆਂ ਕੁਝ ਮੈਂ ਛੁਪਾਉਣ ਦਾ ਯਤਨ ਕੀਤਾ ਹੋਵੇ ਤਾਂ ਮੇਰਾ ਜੀਵਨ ਜਿਵੇਂ ਅੰਗਿਆਰ ਧੁਖਦੇ ਨੇ ਉਵੇਂ ਮੈਨੂੰ ਧੁਖਣਾ ਮਨਜ਼ੂਰ ਹੈ, ਪਰ ਮੈਂ ਐਸਾ ਕੀਤਾ ਨਹੀਂ, ਮੈਂ ਤਾਂ ਸਾਰਾ ਕੁਝ ਤੈਨੂੰ ਸਮਰਪਣ ਕੀਤਾ। ਇਹਦਾ ਇੱਕ ਭਾਵ ਹੋਰ ਵੀ ਦੱਸਦੇ ਹਨ ਟੀਕਾਕਾਰ, ਬੜਾ ਉੱਤਮ ਭਾਵ ਹੈ ਉਹਨਾਂ ਨੇ, ਕਿ ਇਹ ਇੱਕ ਮਾਨਵਤਾ ਦੀ ਸੇਵਾ ਦਾ ਭਾਵ ਇਹ ਹੈ ਕਿ ਉਹਨਾਂ ਕੋਲ ਕੁਝ ਨਹੀਂ ਹੈਗਾ ਸੀ ਅਤੇ ਉਹਨਾਂ ਨੇ ਨਹੀਂ ਦੇ ਸਕੇ, ਪਰ ਉਹਨਾਂ ਦੇ ਦੋਸਤਾਂ ਨੇ ਸਮਝਿਆ ਕਿ ਇਹਨਾਂ ਕੋਲ ਹੈਗਾ ਹੈ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਜੇ ਹੁੰਦਾ ਤਾਂ ਮੈਂ ਜ਼ਰੂਰ ਦਿੰਦਾ। ਅੱਜ ਦੁਨੀਆ ਦੇ ਵਿੱਚ ਦੇਖ ਲਓ, ਅਸੀਂ ਬੜੇ ਪੱਖ ਸਾਡੇ ਕੋਲ ਨੇ, ਅਸੀਂ ਆਪਣੇ ਕਿਸੇ ਪੱਖ ਨੂੰ ਵੀ ਮਾਨਵਤਾ ਦੀ ਸੇਵਾ ਵਿੱਚ ਲਗਾਉਣ ਲਈ ਪੂਰੇ ਦੇ ਪੂਰੇ ਰਾਜੀ ਨਹੀਂ, ਚਾਹੇ ਉਹ ਸਾਡੀ ਅਕਲ ਹੈ, ਚਾਹੇ ਸਾਡਾ ਕੋਈ ਤਾਣ ਹੈ। ਬਾਬਾ ਫਰੀਦ ਸਾਹਿਬ ਜੀ ਨੇ ਸਾਰੇ ਤਾਣ ਆਪਣੀ ਜ਼ਿੰਦਗੀ ਦੇ ਵਰਤੇ। ਆਪ ਜੀ ਨਾਲ ਸਾਂਝਾ ਕੀਤਾ ਹੈ ਕਿ ਇੱਕ ਲੋੜਵੰਦ ਆ ਗਿਆ ਕਿ ਮੇਰੀ ਬੱਚੀ ਦਾ ਨਿਕਾਹ ਹੈ, ਕੁਝ ਧਨ ਦੀ ਲੋੜ ਚਾਹੀਦੀ ਹੈ, ਪਦਾਰਥਾਂ ਦੀ ਲੋੜ ਹੈ, ਸਮਰੱਥਾ ਨਹੀਂ ਹੈ, ਅਤੇ ਆਪ ਜੀ ਬਾਦਸ਼ਾਹ ਨੂੰ ਸ਼ਾਹੀ ਰੁੱਕਾ ਲਿਖ ਦਿਓ। ਬਲਬਨ ਉਹਨਾਂ ਦਾ ਬੜਾ ਵੱਡਾ ਸਤਿਕਾਰ ਕਰਦਾ ਸੀ। ਉਂਝ ਫਕੀਰ ਕਿਸੇ ਸਾਹਮਣੇ ਝੁਕਣ ਦੀ ਕੋਈ ਹੈਸੀਅਤ ਨਹੀਂ ਰੱਖਦੇ, ਉਹ ਮੰਨਦੇ ਨੇ, ਉਹ ਕਹਿੰਦੇ ਅੱਲਾਹ ਤਾਲਾ ਤੋਂ ਇਲਾਵਾ ਕਿਸੇ ਅੱਗੇ ਝੁਕਣਾ ਨਹੀਂ। ਪਰ ਉਹਦੇ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਵਾਕ ਲਿਖੇ ਸਨ ਕਿ ਤੇਰੇ ਅੱਗੇ ਇਹ ਮਸਲਾ ਰੱਖਣ ਤੋਂ ਪਹਿਲਾਂ ਮੈਂ ਅੱਲਾਹ ਤਾਲਾ ਦੇ ਅੱਗੇ ਰੱਖਿਆ। ਮਾਨਵਤਾ ਲਈ ਹਰ ਹੱਦ ਤੱਕ ਗੁਜ਼ਰੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਕਿ ਹੇੜਾ ਜਲੈ ਮਜੀਠ ਜਿਉਂ ਉੱਪਰ ਅੰਗਾਰਾ, ਜੇ ਕੁਝ ਨਾ ਕਰਦਾ ਤਾਂ ਫਿਰ ਇਹ ਅਸੰਭਵ ਹੋਣਾ ਸੀ। ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ। ਹੁਣ ਸਾਨੂੰ ਇੱਕ ਧਰਮ ਦੀ ਸਾਧਨਾ ਦਾ ਅਗਲਾ ਸੂਤਰ ਸਮਝਾ ਰਹੇ। ਇਹਨੂੰ ਵੈਸੇ ਵੀ ਅਸੀਂ ਨੈਤਿਕਤਾ ਦੇ ਤੌਰ 'ਤੇ ਸਮਝਦੇ ਹਾਂ। ਅਸੀਂ ਕੁਦਰਤੀ ਹੈ, ਬੀਜ ਮਿਰਚ ਦੇ ਬੀਜੇ ਹੋਏ ਹਨ, ਤਾਂ ਦੁਨੀਆ ਦਾ ਕੋਈ ਮਨੁੱਖ ਆਸ ਨਹੀਂ ਕਰੇਗਾ ਕਿ ਮੈਨੂੰ ਗੰਨੇ ਵਰਗਾ ਮਿਠਾਸ ਵਾਲਾ ਜਾਂ ਗੁਲਕੰਦ ਵਰਗਾ ਕੋਈ ਮਿੱਠਾ ਇਹਦੇ ਤੋਂ ਸਰੋਤ ਪ੍ਰਾਪਤ ਹੋ ਜਾਵੇ, ਪਦਾਰਥ ਪ੍ਰਾਪਤ ਹੋ ਜਾਵੇ। ਕੋਈ ਆਸ ਨਹੀਂ ਕਰਦਾ। ਕਿਸਾਨ ਕਣਕ ਬੀਜਦਾ, ਕਣਕ ਦੀ ਹੀ ਆਸ ਕਰਦਾ ਹੈ। ਜਿਹੜੀ ਵੀ ਫਸਲ ਬੀਜਦਾ ਉਹਨੂੰ ਪਤਾ ਇਹੀ ਪੈਦਾ ਹੋਣੀ, ਦੂਜੀ ਦੀ ਆਸ ਨਹੀਂ ਕਰਦਾ। ਪਰ ਧਰਮ ਦੀ ਤਰਫ ਦੇਖੋ, ਕੁਦਰਤੀ ਹੈ। ਜਿਵੇਂ ਅਸੀਂ ਦੁਨੀਆ ਦੇ ਵਿੱਚ ਵਿਚਰਦੇ ਹਾਂ, ਅਸੀਂ ਆਪਣੇ ਘਰ ਦੇ ਵਿੱਚ ਕੋਈ ਵਸਤ ਲਗਾਈ ਹੋਵੇ, ਬੀਜੀ ਹੋਵੇ, ਇਹ ਥੋੜ੍ਹਾ ਕਿ ਅਸੀਂ ਉਹਦਾ ਬੀਜ ਹੋਰ ਹੋਵੇ ਅਤੇ ਫਲ ਦੀ ਆਸ ਕੁਝ ਹੋਰ ਕਰ ਰਹੀ ਹੋਈਏ, ਅਸੀਂ ਨਹੀਂ ਕਰਦੇ। ਪਰ
ਅਧਿਆਤਮ ਦੇ ਵਿੱਚ ਧਾਰਮਿਕ ਮਾਰਗ 'ਤੇ ਚੱਲਦਿਆਂ ਨਾ ਗੁਰੂ ਦੀ ਆਗਿਆ ਮੰਨ ਰਹੇ ਹਾਂ, ਨਾ ਸ਼ਬਦ ਦਾ ਅਭਿਆਸ ਕਰ ਰਹੇ ਹਾਂ, ਨਾ ਜੀਵਨ ਨੂੰ ਧਰਮ ਦੇ ਉੱਚੇ ਸੁੱਚੇ ਸਿਧਾਂਤਾਂ ਅਨੁਸਾਰ ਢਾਲਣ ਦਾ ਯਤਨ ਕਰ ਰਹੇ ਹਾਂ। ਪਰ ਧਰਮ ਤੋਂ ਸਾਰੇ ਪਦਾਰਥਾਂ ਦੀ ਮੰਗ ਜ਼ਰੂਰ ਹੈ, ਬੀਜਿਆ ਕੱਖ ਨਹੀਂ ਜਾ ਰਿਹਾ, ਮੰਗ ਬੜੇ ਦੀ ਹੈ। ਅਤੇ ਬਾਬਾ ਫਰੀਦ ਸਾਹਿਬ ਜੀ ਰੂਪਕ ਢੰਗ ਦੇ ਨਾਲ ਆਖਦੇ ਹਨ, ਲੋੜ ਹੈ ਦਾਖ ਬਿਜੌਰੀਆਂ। ਜਿਹੜਾ ਦਾਖ ਹੈ ਛੋਟੀ ਕਿਸਮ ਦਾ ਅੰਗੂਰ ਹੁੰਦਾ, ਅਤੇ ਜਿਹੜੀਆਂ ਬਿਜੌਰੀਆਂ ਭਾਵ ਕਿ ਬਿਜੌਰ ਸ਼ਹਿਰ ਦੀ ਚਕੋਦਰੇ ਜਾਤ ਦਾ ਇੱਕ ਫਲ ਹੁੰਦਾ ਜਿਹਦਾ ਛਿਲਕਾ ਮੋਟਾ ਜਾਂ ਮਿਠਾਸ ਭਰਿਆ ਹੁੰਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਕਿ ਬਿਜੌਰ ਸ਼ਹਿਰ ਦੀਆਂ ਦਾਖਾਂ ਵੀ ਕਹਿੰਦੇ ਬਹੁਤ ਮਸ਼ਹੂਰ ਨੇ। ਕਹਿਣ ਲੱਗੇ ਕਿ ਬਿਜੌਰ ਸ਼ਹਿਰ ਦੀਆਂ ਦਾਖਾਂ ਦੀ ਮਨ ਵਿੱਚ ਚਾਹਤ ਹੈ, ਪਰ ਬੀਜਿਆ ਕੀ ਜਾ ਰਿਹਾ ਹੈ ਕਿੱਕਰ, ਅਤੇ ਕਿੱਕਰ ਨੂੰ ਕੀ ਲੱਗਦੇ ਹਨ ਕੁਦਰਤੀ ਕੰਡਿਆਲੀ ਤਰ੍ਹਾਂ ਦੀਆਂ ਟਾਹਣੀਆਂ ਹੁੰਦੀਆਂ ਹਨ, ਉਸ ਦੀਆਂ ਫਲ ਉਹਨੂੰ ਕੋਈ ਲੱਗਦਾ ਨਹੀਂ। ਹੁਣ ਕਿੱਕਰ ਦੇ ਵੀ ਥੋੜ੍ਹੇ ਥੋੜ੍ਹੇ ਕਈ ਵਾਰੀ ਆਪ ਜੀ ਨੇ ਗੌਰ ਨਾਲ ਦੇਖਿਆ ਹੋਵੇ ਤਾਂ ਫੁੱਲ ਨਿਕਲ ਆਉਂਦੇ ਨੇ, ਪਰ ਉਹ ਫੁੱਲ ਵੀ ਨਹੀਂ ਪਕੜ ਸਕਦੇ ਕਿਉਂਕਿ ਉਹਨੂੰ ਕੰਡੇ ਬਹੁਤ ਲੱਗੇ ਹੁੰਦੇ ਨੇ। ਹੁਣ ਬਾਬਾ ਫਰੀਦ ਸਾਹਿਬ ਜੀ ਆਖਦੇ, ਹੰਡ ਹੈ ਉੱਨ ਕਤਾਏ ਦਾ, ਉੱਨ ਕੱਤਦਾ ਪਿਆ ਹੈ, ਉੱਨ ਨੂੰ ਹੀ ਉਣਦਾ ਬੁਣਦਾ ਪਿਆ ਹੈ, ਪਰ ਮਨ 'ਚ ਚਾਹਤ ਹੈ ਕਿ ਰੇਸ਼ਮੀ ਪੱਟ ਪਹਿਨਾ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਕਿਆ ਅਜੀਬ ਤਰ੍ਹਾਂ ਦਾ ਜੀਵਨ ਚੱਲ ਰਿਹਾ ਹੈ। ਅਸੀਂ ਬਾਣੀ 'ਚ ਵਾਕ ਪੜ੍ਹਦੇ ਹਾਂ ਨਾ, ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਏਉ ਨਿਆਉ। ਗੁਰੂ ਕੇ ਬਚਨ ਨੂੰ ਜੀਵਨ ਦੇ ਵਿੱਚ, ਇਹ ਅੱਜ ਦੇ ਸਮੇਂ ਦੇ ਵਿੱਚ ਆਪ ਜੀ ਨੂੰ ਕਦੇ ਇਸ ਤਰ੍ਹਾਂ ਦਾ ਅਨੁਭਵ ਹੋਇਆ ਹੋਏਗਾ ਕਿ ਜੀ ਮੈਂ ਧਰਮ ਦਾ ਫਲਾਣਾ ਕਰਮ ਬੜਾ ਚਿਰ ਕਰਦਾ ਰਿਹਾ, ਪਰ ਮੈਨੂੰ ਕੋਈ ਪ੍ਰਾਪਤੀ ਨਹੀਂ ਹੋਈ। ਹੁਣ ਕੁਦਰਤੀ ਹੈ ਅਸੀਂ ਗੁਰੂਦੁਆਰ ਦੇ ਵਿੱਚ ਗੁਰਸਿੱਖ ਬਣੇ ਰਹਿ ਸਕਦੇ ਹਾਂ, ਇਹ ਸੰਭਾਵਨਾ ਹੈ, ਪਰ ਗੁਰੂਦੁਆਰ ਤੋਂ ਬਾਅਦ ਸਾਡਾ ਜੀਵਨ ਫਿਰ ਗੁਰਮੁਖਾਂ ਵਾਲਾ ਰਵੇ, ਇਹ ਕਿਸੇ ਵਿਰਲੇ ਦੇ ਵੱਸ ਦੀ ਗੱਲ ਹੈ। ਉੱਥੇ ਜਾ ਕੇ ਅਸੀਂ ਗੁਰੂ ਕੇ ਉਪਦੇਸ਼ ਨੂੰ, ਗੁਰੂ ਕੇ ਵਾਕ ਨੂੰ ਤਲਾਂਜਲੀ ਦੇ ਦਿੰਦੇ ਹਾਂ, ਤਾਂ ਆਪਣਾ ਫਿਰ ਇੱਕ ਮਨਮੁਖਤਾ ਕਿਸਮ ਦਾ ਜੀਵਨ ਜਿਉਣਾ ਸ਼ੁਰੂ ਕਰ ਦਿੰਦੇ ਹਾਂ। ਅਤੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਲੋੜ ਹੈ ਦਾਖ ਬਿਜੌਰੀਆਂ। ਚਾਹਤ ਕਿਸ ਗੱਲ ਦੀ ਹੈ? ਜਿਸ ਗੱਲ ਦੀ ਚਾਹਤ ਹੈ ਉਹੋ ਜਿਹਾ ਬੀਜ ਬੀਜਣਾ ਪਏਗਾ। ਜਪਜੀ ਸਾਹਿਬ ਦੀ ਬਾਣੀ ਵਿੱਚ ਅਸੀਂ ਵਾਕ ਪੜ੍ਹਦੇ ਹਾਂ ਕਿ ਜੋ ਬੀਜਾ ਉਹੀ ਖਾਣਾ ਪੈਂਦਾ, ਉਹੀ ਉੱਗਦਾ ਹੈ। ਹੁਣ ਇਸ ਗੱਲ ਨੂੰ ਥੋੜ੍ਹਾ ਵਾਚਣ ਦਾ ਯਤਨ ਕਰੀਏ। ਬੰਦਾ ਚਾਹੁੰਦਾ ਆਪਣੇ ਮਨ ਦਾ ਸਕੂਨ, ਮਨ ਦਾ ਸਕੂਨ ਦੇ ਲਈ ਪਹਿਲਾਂ ਯਤਨ ਕੀਤਾ ਹੈ ਪਰਿਵਾਰਕ ਤਲ 'ਤੇ, ਸਮਾਜਿਕ ਤਲ 'ਤੇ, ਪਦਾਰਥਕ ਤਲ 'ਤੇ, ਹੋਰ ਬੜੇ ਪਾਸਿਆਂ ਦੇ ਵਿੱਚ ਭਰਮਿਆ ਹੈ। ਚਾਹੀਦਾ ਕੀ ਹੈ? ਮਨ ਦਾ ਸਕੂਨ। ਹੁਣ ਮਨ ਦਾ ਸਕੂਨ ਚਾਹੀਦਾ ਹੈ, ਅਤੇ ਸੰਗਤ ਕਿਹੜੀ ਹੈ? ਜਿਹੜੀ ਨੀਚਤਾ ਭਰਿਆਂ ਦੀ ਹੈ, ਜਿਨ੍ਹਾਂ ਦੇ ਕੋਲ ਵਾਸਨਾ ਦੀਆਂ ਗੱਲਾਂ ਨੇ, ਜਿਨ੍ਹਾਂ ਦੇ ਕੋਲੋਂ ਵਿਕਾਰਾਂ ਦੀਆਂ ਗੱਲਾਂ ਨੇ, ਵਿਕਾਰਾਂ ਵਾਲਾ ਜੀਵਨ ਹੈ, ਉਹਨਾਂ ਦੇ ਪਾਸ ਬੈਠਦਾ ਹੈ। ਉਹਨਾਂ ਦੇ ਕੋਲੋਂ ਰੋਜ਼ਾਨਾ ਹੁਣ ਕੁਦਰਤੀ ਹੈ, ਆਪਾਂ ਸਾਰੇ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ ਵੱਧ ਤੋਂ ਵੱਧ ਕੋਈ ਬਹੁਤ ਜ਼ਿਆਦਾ ਸਾਧਨਾ ਵਾਲਾ ਗੁਰਸਿੱਖ ਹੋਵੇ ਤਾਂ ਵੱਧ ਤੋਂ ਵੱਧ 24 ਘੰਟਿਆਂ 'ਚ ਮੇਰੀ ਜਾਚ 'ਚ 3 ਘੰਟੇ ਬਤੀਤ ਕਰਦਾ। 24 ਘੰਟਿਆਂ ਦੇ ਵਿੱਚ 3 ਘੰਟੇ ਗੁਰੂਦੁਆਰ ਬਤੀਤ ਕਰ ਲਏ, ਬਾਕੀ 21 ਘੰਟੇ ਮੰਦ ਕਰਮ ਕੀਤੇ ਅਤੇ ਆਸ ਕੀਤੀ ਕਿ ਮੈਂ ਤਾਂ ਜੀ ਸਵੇਰੇ ਪਾਠ ਕੀਤਾ ਸੀ, ਮੈਨੂੰ ਇਸ ਗੱਲ ਦਾ ਫਲ ਕਿਉਂ ਨਹੀਂ ਮਿਲਿਆ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਲੋੜ ਹੈ ਦਾਖ ਬਿਜੌਰੀਆਂ। ਚਾਹਤ ਚੰਗੀ ਹੈ, ਪਰ ਉਸ ਚਾਹਤ ਨੂੰ ਤਬਦੀਲ ਕਰਨ ਦੇ ਲਈ ਜਿਸ ਕਰਮ ਤੋਂ ਸਾਧਨਾ ਸ਼ੁਰੂ ਕਰਨੀ ਪੈਣੀ, ਉਹ ਕਰਮ ਉਜਲ ਨਹੀਂ। ਇਸ ਗੱਲ ਨੂੰ ਥੋੜ੍ਹਾ ਬਾਰੀਕੀ ਨਾਲ ਸਮਝਣ ਦਾ ਯਤਨ ਕਰੀਏ। ਹੁਣ ਅਸੀਂ ਆਪਣੇ ਜੀਵਨ ਦੇ ਵਿੱਚ ਕਈ ਵਾਰੀ ਆਖਦੇ ਹਾਂ ਜੀ ਬੜਾ ਦੁੱਖ ਹੈ, ਚਿੰਤਾ ਹੈ, ਪਰੇਸ਼ਾਨੀ ਹੈ, ਆਂਤਰਿਕ ਤੌਰ 'ਤੇ ਬੜੇ ਪਰੇਸ਼ਾਨ ਹਾਂ, ਜੀਵਨ ਦਾ ਆਨੰਦ ਚਾਹੀਦਾ। ਠੀਕ ਹੈ, ਆਨੰਦ ਚਾਹੀਦਾ ਹੈ, ਪਰ ਇਹ ਵੀ ਜੋ ਜਾਚ ਬਾਬਾ ਫਰੀਦ ਸਾਹਿਬ ਜੀ ਕਹਿੰਦਾ, ਫਰੀਦਾ ਕਿੱਕਰ ਬੀਜਿਆ। ਹੁਣ ਕਿੱਕਰ ਦਾ ਮਤਲਬ ਕੀ? ਕਿੱਕਰ ਤੋਂ ਇੱਕ ਗੱਲ ਸਮਝ ਆਉਂਦੀ, ਖੁਰਦਰੀ ਚੀਜ਼, ਚੁਭਣ ਵਾਲੀ ਚੀਜ਼। ਹੁਣ ਸਾਨੂੰ ਹੈ ਆਪਣੇ ਹਿਰਦੇ ਦੀ ਪੂਰਨ ਟਿਕਾ ਚਾਹੀਦਾ, ਅਤੇ ਬੀਜ ਕੀ ਰਹੇ ਹਾਂ ਰੋਜ਼ਾਨਾ ਖਿਆਲਾਂ ਦੁਆਰਾ। ਹਿਰਦੇ ਨੂੰ ਈਰਖਾ ਨੇ ਗ੍ਰਸਤ ਕੀਤਾ ਹੋਇਆ ਹੈ। ਕਿਸੇ ਦੇ ਜੀਵਨ ਦੇ ਚੰਗੇ ਮੰਦੇ, ਸਫਲਤਾ ਵਾਲੇ ਪੱਖ ਨੂੰ ਜਰਦੇ ਨਹੀਂ, ਤਾਂ ਹਰ ਵੇਲੇ ਦੂਜੇ ਦੇ ਪ੍ਰਤੀ ਮੰਦੀ ਚਿਤਵਣੀ ਈਰਖਾ ਕਰਕੇ ਮਨ 'ਚ ਲੱਗੀ ਰਹਿੰਦੀ ਹੈ। ਹੁਣ ਆਪਣੇ ਮਨ ਦੇ ਖੇਤ ਵਿੱਚ ਬੀਜੀ ਹੈ ਈਰਖਾ ਦੇ ਕੰਡੇ, ਤਾਂ ਕੁਦਰਤੀ ਹੈ ਈਰਖਾ ਜਦੋਂ ਬੀਜੀ ਹੈ ਅਤੇ ਮਾਲਕ ਨੇ ਤੇਰੇ ਹਿਰਦੇ ਦਾ ਖੇਤ ਦੇਖਣਾ ਹੈ। ਫੁਰਨੇ ਬੀਜੇ ਹਨ ਈਰਖਾ ਦੇ, ਫਿਰ ਤੈਨੂੰ ਆਪਣੇ ਜੀਵਨ ਦਾ ਠਹਿਰਾਓ ਕਿੱਥੋਂ ਮਿਲੇਗਾ? ਹੁਣ ਜਿਹੜਾ ਆਨੰਦ ਹੈ ਉਹ ਬਿਜੌਰ ਸ਼ਹਿਰ ਦੀਆਂ ਦਾਖਾਂ ਵਰਗਾ ਲੱਗਦਾ ਹੈ। ਆਨੰਦ ਦਾ ਮਤਲਬ ਪੂਰਾ ਟਿਕਾ, ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ। ਪਰ ਜੇ ਜੀਵਨ 'ਚ ਅੱਜ ਪਰੇਸ਼ਾਨੀ, ਅੱਜ ਜੇ ਤੇਰੇ ਜੀਵਨ 'ਚ ਦੁੱਖ ਹੈ,
ਤਾਂ ਯਕੀਨਨ ਹੈ ਤੂੰ ਕਦੇ ਦੁੱਖ ਬੀਜਿਆ ਹੋਏਗਾ, ਕਦੇ ਇਸ ਦੇ ਫਲ ਬੋਏ ਹੋਣਗੇ। ਹੁਣ ਕੁਦਰਤੀ ਅਸੀਂ ਫਸਲ ਬੀਜਦੇ ਹਾਂ, ਕੋਈ ਵੀ ਫਸਲ ਮਹੀਨੇ ਬਾਅਦ, ਹਰੇਕ ਫਸਲ ਦੇ ਪੈਦਾ ਹੋਣ ਦੇ, ਫਲਣ ਦੇ ਕੁਝ ਸਮਾਂ ਹੈ, ਉਹਨੂੰ ਮਹੀਨਾ, ਹਫ਼ਤੇ, ਕੁਝ ਸਾਲ ਲੱਗਦੇ ਨੇ, ਫਿਰ ਜਾ ਕੇ ਪਤਾ ਲੱਗਦਾ। ਜਿਵੇਂ ਅੰਬ ਦਾ ਬ੍ਰਿਛ ਹੈ, 5-7 ਸਾਲ, 10 ਸਾਲ ਬਾਅਦ ਜਾ ਕੇ ਪਤਾ ਲੱਗਦਾ ਹੈ ਕਿ ਇਹਨੂੰ ਫਲ ਲੱਗੇਗਾ ਵੀ ਕਿ ਨਹੀਂ, ਜਾਂ ਸਮਾਂ ਪੈ ਕੇ ਲੱਗੇਗਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੱਜ ਜਿਹੜਾ ਖਿਆਲ ਬੀਜ ਰਹੇ ਆ ਆਪਣੇ ਹਿਰਦੇ ਦੇ ਤਲ 'ਤੇ, ਸੋਚਣ ਕਰਕੇ, ਮਹਿਸੂਸ ਕਰਨ ਕਰਕੇ, ਜਾਂ ਆਪਣੀ ਜ਼ੁਬਾਨ ਤੋਂ ਜਿਹੜੇ ਵਾਕ ਕੱਥ ਰਹੇ ਆ, ਉਹ ਸਾਰੇ ਤੇਰੇ ਕਰਮ ਦੇ ਬੀਜਣ ਵਾਲਾ ਖੇਤ ਹਨ। ਉਹਨਾਂ ਨੂੰ ਤਿੰਨ ਢੰਗਾਂ ਦੇ ਨਾਲ ਬੰਦਾ ਆਪਣੇ ਕਰਮਾਂ ਦੇ ਬੀਜ ਬੀਜਦਾ ਹੈ। ਇੱਕ ਆਪਣੇ ਮਾਨਸਿਕ ਤਲ 'ਤੇ, ਭਾਵ ਕਿ ਬੈਠੇ ਬੈਠੇ ਕਿਸੇ ਦਾ ਮੰਦਾ ਸੋਚੀ ਜਾਣਾ। ਇੱਕ ਹੈ ਆਪਣੀ ਜ਼ੁਬਾਨ ਦੇ ਤਲ 'ਤੇ। ਜ਼ੁਬਾਨ ਦਾ ਤਲ ਦਾ ਮਤਲਬ ਹੈ ਕਿਸੇ ਪ੍ਰਤੀ ਮਾੜੇ ਚੰਗੇ ਵਾਕ ਕਹਿਣੇ। ਹੁਣ ਅਸੀਂ ਕਿਸੇ ਨੂੰ ਮਾੜਾ ਕਹਾਂਗੇ, ਅਗਲੇ ਦਾ ਹਿਰਦਾ ਦੁਖੇਗਾ ਨਾ। ਜਦੋਂ ਉਹਦਾ ਹਿਰਦਾ ਦੁਖੇਗਾ ਤਾਂ ਉਹਦੇ ਹਿਰਦੇ ਦੇ ਵਿੱਚੋਂ ਬਣਿਆ ਹੋਇਆ ਦਰਦ ਹੈ ਉਹ ਵੀ ਮਾਲਕ ਨੂੰ ਸੁਣਾਈ ਦੇਵੇਗਾ। ਮਾਨਸਿਕ ਤੌਰ 'ਤੇ ਅਤੇ ਵਾਰਣਿਕ ਤੌਰ 'ਤੇ ਬੰਦਾ ਕਰਮ ਬੀਜਦਾ ਹੈ। ਇੱਕ ਹੈ ਅਚੇਤ ਤੌਰ 'ਤੇ। ਅਚੇਤ ਤੌਰ ਦਾ ਮਤਲਬ ਕੀ ਹੈ? ਇਹ ਬੜਾ ਭਿਆਨਕ ਹੈ, ਅੱਜ ਦੇ ਸਮੇਂ 'ਚ ਇਹਨੂੰ ਜ਼ਿਆਦਾ ਵਾਚਣਾ ਜ਼ਰੂਰੀ ਹੈ। ਅਚੇਤ ਤੌਰ ਦਾ ਮਤਲਬ ਇਹ ਹੈ ਕਿ ਹੁਣ ਕਈ ਵਾਰੀ ਅਸੀਂ ਮਾੜਾ ਸੋਚ ਰਹੇ, ਸਾਨੂੰ ਫਿਰ ਵੀ ਪਤਾ ਹੁੰਦਾ ਕਿ ਅਸੀਂ ਮਾੜਾ ਸੋਚ ਰਹੇ ਹਾਂ। ਇੱਕ ਅਚੇਤ ਕਿਸਮ ਦਾ ਹੁੰਦਾ ਹੈ ਕਿ ਜਦ ਨੀਂਦ ਦੇ ਵਿੱਚ ਹਾਂ, ਜਾਂ ਜਦੋਂ ਆਪਣੇ ਕੰਮਾਂ ਦੇ ਵਿੱਚ ਵਿਅਸਤ ਹਾਂ, ਉਦੋਂ ਵੀ ਬੁੱਧੀ ਮਾੜਾ ਚਿਤਵਣ ਮਾਲਾ ਕਰਨ ਵਾਲੀ ਤਰਫ ਲੱਗੀ ਰਹਿਣੀ, ਇਹਨੂੰ ਅਚੇਤ ਆਖਦੇ ਨੇ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, ਨਰ ਅਚੇਤ ਪਾਪ ਤੇ ਡਰ ਰਹੇ। ਇਸ ਕਰਕੇ ਕਹਿੰਦੇ ਅਚੇਤ ਵਾਲਾ ਪਾਪ ਹੈ। ਹੁਣ ਕਈ ਵਾਰੀ ਸੋਚਿਆ ਅਸੀਂ ਤਾਂ ਕਦੀ ਇਹਦਾ ਮਾੜਾ ਕੀਤਾ ਹੀ ਨਹੀਂ ਸੀ, ਪਰ ਅਚੇਤ ਰੂਪ ਦੇ ਵਿੱਚ ਖਿਆਲ ਅੰਦਰ ਚੱਲਦਾ ਰਿਹਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਲੋੜ ਹੈ ਦਾਖ ਬਿਜੌਰੀਆਂ, ਚਾਹਤ ਜਿਵੇਂ ਦੀ ਹੈ ਉਵੇਂ ਦਾ ਕਰਮ ਕਰਨਾ ਪਵੇਗਾ। ਪਰ ਮਨੁੱਖ ਦੀ ਇਹ ਜੀਵਨ ਦੇ ਵਿੱਚ ਦੋਹਰਾ ਪੱਖ ਚੱਲਦਾ ਹੈ। ਚਾਹਤ ਹੈ ਅੰਮ੍ਰਿਤ ਦੀ, ਜਿਹੜਾ ਬੀਜ ਵਿਖ ਰਿਹਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਕਿੱਕਰ ਬੀਜੈ ਜੱਟ। ਹੁਣ ਕਿੱਕਰ ਦੇ ਸੰਬੰਧ ਦੇ ਵਿੱਚ ਹੋਰ ਅਰਜ਼ ਕਰਦੇ ਹਾਂ ਕਿ ਇਹ ਕਿੱਕਰ ਦਾ ਰੁੱਖ ਸਾਨੂੰ ਕੁਦਰਤੀ ਹੈ। ਕਦੀ ਕਿੱਕਰ ਦੇ ਉੱਪਰ ਆਪ ਜੀ ਨੇ ਕਿਸੇ ਪੰਛੀ ਦਾ ਆਲਣਾ ਨਹੀਂ ਦੇਖਿਆ ਹੋਵੇਗਾ ਛੇਤੀ ਕੀਤੇ। ਭਾਵ ਕਿ ਜਿਹੜੇ ਜੀਵਨ ਦੇ ਵਿੱਚ ਸ਼ੁਭ ਸੰਗਤ ਹੀ ਨਹੀਂ ਹੈ। ਹੁਣ ਕੁਦਰਤੀ ਸੰਗਤ ਕਰਨੀ ਹੈ, 2 ਜਾਣੇ ਹੋਣੇ ਜ਼ਰੂਰੀ ਨੇ, 2 ਤੋਂ ਵੱਧ ਜਾਂ 2 ਹੋਣ ਘੱਟੋ ਘੱਟ, ਫਿਰ ਸੰਗਤ ਹੋ ਸਕਦੀ। ਇੱਕ ਕਥੇ ਇੱਕ ਸੁਣੇ, ਇਸ ਤਰ੍ਹਾਂ ਆਪਸ ਦੇ ਵਿੱਚ ਆਦਾਨ ਪ੍ਰਦਾਨ ਹੋਵੇ। ਹੁਣ ਕਿਸੇ ਵੀ, ਹੁਣ ਕੁਦਰਤੀ ਹੈ, ਜਦੋਂ ਅਸੀਂ ਆ ਬ੍ਰਿਛਾਂ ਬਾਰੇ ਸੁਣਦੇ ਹਾਂ ਤਾਂ ਜਿਹੜਾ ਬੁਲਬੁਲ ਬਾਰੇ ਕੀ ਸੁਣਦੇ ਹਾਂ? ਇਹ ਅੰਬ ਦੇ ਰੁੱਖ 'ਤੇ ਬੋਲਦੀ ਹੈ ਜੀ, ਕੋਇਲ ਕਿਸੇ ਹੋਰ ਰੁੱਖ 'ਤੇ ਬੋਲਦੀ ਹੈ, ਚਿੜੀਆਂ ਵੱਖੋ ਵੱਖ ਰੁੱਖਾਂ 'ਤੇ ਬੋਲਦੀਆਂ। ਕਦੀ ਇਸ ਤਰ੍ਹਾਂ ਦਾ ਜ਼ਿਕਰ ਸੁਣਿਆ ਕਿ ਫਲਾਣਾ ਪੰਛੀ ਕਿੱਕਰ 'ਤੇ ਬਹਿ ਕੇ ਬੋਲਦਾ? ਨਹੀਂ ਸੁਣਿਆ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਕਿੱਕਰ ਬੀਜਿਆ ਦਾ ਭਾਵ ਇਹ ਹੈ ਕਿ ਜੀਵਨ ਦੇ ਵਿੱਚ ਚਾਹੁੰਦਾ ਹੈ ਕਿ ਮੈਂ ਗੁਰਮੁਖ ਬਣ ਜਾਵਾਂ, ਮੇਰੇ ਜੀਵਨ ਦੇ ਵਿੱਚ ਲੋਕ ਮੇਰੀ ਵੀ ਵਡਿਆਈ ਕਰਨ। ਪਰ ਕਹਿੰਦੇ ਸੰਗਤ ਕਿਹੜੀ ਹੈ? ਕਿੱਕਰ ਵਾਲਿਆਂ ਦੀ। ਭਾਵ ਕਿ ਜਿਵੇਂ ਕਿੱਕਰ ਦੇ ਨਾਲ ਸੰਗਤ ਹੋ ਹੀ ਨਹੀਂ ਸਕਦੀ, ਜੇ ਕਰੇਗਾ ਵੀ ਤਾਂ ਚੋਟਾਂ ਪਹੁੰਚਣਗੀਆਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਬੜਾ ਕਮਾਲ ਦਾ ਇੱਕ ਸਲੋਕ ਕਿਹਾ, ਇਸ ਸੰਬੰਧ ਦੇ ਨਾਲ ਜੁੜਨ ਵਿੱਚ, ਸਮਝਣ ਵਿੱਚ ਹੋਰ ਮਦਦ ਕਰਦਾ। ਕਬੀਰ, ਉਹਨਾਂ ਦੇ ਸਲੋਕਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਕੇਲੇ ਨਿਕਟ ਜੋ ਬੇਰ, ਉਹ ਝੂਲੈ ਉਹ ਚੀਰੀਐ, ਸਾਕਤ ਸੰਗ ਨਾ ਹੇਰ। ਹੁਣ ਕੁਦਰਤੀ ਹੈ, ਕੋਈ ਕੇਲੇ ਦਾ ਰੁੱਖ ਕਹਿੰਦੇ ਬੇਰੀ ਨੇੜੇ ਉੱਗ ਪਿਆ, ਤਾਂ ਜਿਹੜਾ ਜਦੋਂ ਹਵਾ ਚੱਲੀ ਅਤੇ ਕੇਲੇ ਦੇ ਰੁੱਖ ਨੂੰ ਚਾਹਤ ਆਈ ਕਿ ਮੈਂ ਬੇਰੀ ਨੂੰ ਹੋਰ ਜ਼ਿਆਦਾ ਹਵਾ ਚੱਲਾਂ, ਉਹਨੇ ਵਿਚਾਰੇ ਨੇ ਆਪਣੇ ਵੱਡੇ ਵੱਡੇ ਪੱਤੇ ਹਿਲਾ ਕੇ ਬੇਰੀ ਨੂੰ ਹਵਾ ਦੇਣੀ ਚਾਹੀ। ਪਰ ਬੇਰੀ ਦਾ ਅੱਗੋਂ ਸੁਭਾਅ ਕੀ ਹੈ? ਉਹਦੇ ਕੰਡੇ ਨੇ ਉਹਦੇ ਪੱਤਿਆਂ ਨੂੰ ਲੀਰ ਕਰ ਦਿੱਤਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇੰਝ ਹੀ ਕਈ ਵਾਰੀ ਹੁੰਦਾ। ਕਿੱਕਰ ਬੀਜੈ ਜੱਟ ਦਾ ਭਾਵ ਇਹ ਹੈ ਕਿ ਜੀਵਨ ਦੇ ਵਿੱਚ ਗੁਰਮੁਖ ਹੋਣ ਦੀ ਚਾਹਤ ਹੈ, ਪਰ ਜਿਨ੍ਹਾਂ ਦੇ ਸੰਗ ਰੋਜ਼ਾਨਾ ਬੈਠਦਾ ਹੈ ਉਹ ਮਨਮੁਖ ਨੇ। ਆਪਣਾ ਯਤਨ 1 ਘੰਟਾ ਕਰਦਾ। ਹੁਣ ਕੁਦਰਤੀ ਹੈ, ਹੁਣ ਆਪ ਜੀ ਇਸ ਗੱਲ ਦੇ ਸੰਬੰਧ ਵਿੱਚ ਜਾਣਦੇ ਹੋ, ਆਹ ਕੁਝ ਫਸਲਾਂ ਜਿਹੜੀਆਂ ਕਿਸਾਨ ਬੀਜਦੇ ਨੇ, ਕੁਝ ਦੀ ਰਾਖੀ ਨਹੀਂ ਕਰਨੀ ਪੈਂਦੀ, ਕੁਝ ਫਸਲਾਂ ਦੀ ਰਾਖੀ ਕਰਨੀ ਪੈਂਦੀ ਹੈ ਕਿ ਕਿਸੇ ਤਰੀਕੇ ਨਾਲ, ਜਿਵੇਂ ਕੁਦਰਤੀ ਪਹਿਲੀ ਦਫਾ ਬੀਜਿਆ ਹੋਵੇ, ਜਿਹੜਾ ਅੱਜ ਜ਼ਮੀਨ ਦੇ ਉੱਪਰ ਹੁੰਦਾ ਹੈ, ਤਾਂ ਕਿਸਾਨ ਰਾਖੀ ਕਰਦਾ ਕਿ ਪੰਛੀ ਨਾ ਚੁਗ ਜਾਣ, ਕੋਈ ਹੋਰ ਜਾਨਵਰ ਨਾ ਨੁਕਸਾਨ ਪਹੁੰਚਾ ਦੇ। ਹੁਣ 1 ਘੰਟਾ ਗੁਰੂ ਘਰ ਬੈਠ ਕੇ ਮਨ ਦੀ, ਆਪਣੇ ਅੰਤਰੀਵ ਦੀ ਸਾਧਨਾ ਕੀਤੀ ਹੈ, ਪਵਿੱਤਰ ਹੋਣ ਦੀ, ਨਿਰਮਲ ਹੋਣ ਦੀ। ਹੁਣ ਇਹਦੀ ਰੱਖਿਆ ਜੇ ਸਾਰਾ ਦਿਨ ਨਹੀਂ ਕਰਾਂਗੇ ਤਾਂ ਹੋ ਸਕਦਾ ਇਹਨਾਂ ਬੀਜਾਂ ਨੂੰ ਜਿਹੜੇ ਮਨਮੁਖ ਕਿਸਮ ਦੇ ਲੋਕਾਂ ਸੰਗ ਬੈਠਣਾ ਉਹ ਉਡਾ ਕੇ ਲੈ ਜਾਣ।
ਸਵੇਰ ਦੀ ਘੰਟੇ ਭਰ ਦੀ ਬੰਦਗੀ ਦਾ ਬਣਿਆ ਹੋਇਆ ਰਸ ਇੱਕੋ ਵਾਕ ਦੇ ਨਾਲ ਹੀ ਜਰਜਰਾ ਕਰ ਦੇਵੇ। ਇਸ ਕਰਕੇ ਕਿਸਾਨ ਇੱਕ ਫਸਲ ਬੀਜਦਾ, ਉਹਦੇ ਬੀਜਣ ਤੋਂ ਲੈ ਕੇ ਵੱਢਣ ਤੱਕ ਵੀ ਰਾਖੀ ਕਰਦਾ ਹੈ। ਹੁਣ ਕੁਦਰਤੀ ਹੁਣ ਤਾਂ ਚਲੋ ਚੀਜ਼ਾਂ ਵਿਕਸਿਤ ਹੋ ਗਈਆਂ, ਪਹਿਲਾਂ ਜਿਹੜੀ ਫਸਲ ਆਦਿਕ ਬੜਾ ਸਮਾਂ ਖੇਤਾਂ ਦੀ ਪਈ ਰਹਿੰਦੀ ਹੁੰਦੀ ਸੀ, ਤਾਂ ਕਈ ਰਾਤਾਂ ਨੂੰ ਉਹਨਾਂ ਨੂੰ ਉੱਥੇ ਰਹਿ ਕੇ ਉਹਦੀ ਰਾਖੀ ਕਰਨੀ ਪੈਂਦੀ ਸੀ, ਬੀਜਣ ਦੀ ਵੀ ਰਾਖੀ ਅਤੇ ਵੱਢਣ ਤੋਂ ਬਾਅਦ ਦੀ ਵੀ ਰਾਖੀ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿੱਕਰ ਬੀਜੈ ਜੱਟ, ਜੀਵਨ ਦੇ ਵਿੱਚ ਗੁਰਮੁਖ ਹੋਣ ਦੀ ਚਾਹਤ ਹੈ। ਹੁਣ ਕਈ ਪ੍ਰਸ਼ਨ ਕਰਦੇ ਨੇ ਜੀ, ਸਾਨੂੰ ਵੀ ਬੜੇ ਸਾਲ ਹੋ ਗਏ ਨੇ ਧਰਮ ਦੇ ਵਿੱਚ ਚੱਲਦਿਆਂ ਨੂੰ, ਪੂਰੀ ਤਰ੍ਹਾਂ ਜੀਵਨ ਤਬਦੀਲ ਨਹੀਂ ਹੋ ਰਿਹਾ। ਮੈਂ ਕਿਹਾ ਜੀ ਆਪਣੇ ਜੀਵਨ ਦੀ ਬੈਠਕ ਦੀ ਗਿਣਤੀ ਕਰੋ, ਗੁਰਸਿੱਖਾਂ ਪਾਸ ਬੈਠੋਗੇ ਉੱਜਲ ਖਿਆਲ ਮਿਲਣਗੇ, ਅਤੇ ਜਿੰਨੀ ਸੁਸਾਇਟੀ ਅੱਜ ਬਾਹਰ ਦੀ ਹੈ, ਕਦੇ ਇਹ ਨਾ ਖਿਆਲ ਕਰਨਾ ਕਿ ਮੈਂ ਕਿਸੇ ਤਰ੍ਹਾਂ ਦੀ ਸੁਸਾਇਟੀ ਵਿੱਚ ਨਹੀਂ ਬੈਠਾ। ਅੱਪਰ ਅਲੀਟ ਇੱਕ ਹੁੰਦਾ, ਅਲੀਟ ਇੱਕ ਹੁੰਦਾ ਅੱਪਰ ਅਲੀਟ, ਜਿਹੜੇ ਅਰਬਪਤੀਆਂ ਦੇ ਵਿੱਚ ਆਉਂਦੇ ਨੇ, ਅਤੇ ਅੱਪਰ ਐਜੂਕੇਸ਼ਨਿਸਟ ਬੜੇ ਵੱਡੇ ਵਿਦਿਅਕ ਜਿਨ੍ਹਾਂ ਦੀ ਪੋਸਟ ਡਾਕਟਰਲ ਜਿਹੜੀਆਂ ਵਿਦਿਆਵਾਂ ਰਹੀਆਂ ਨੇ, ਉਹਨਾਂ ਤੋਂ ਲੈ ਕੇ ਇੱਕ ਨਿਮਨ ਕਿਸਮ ਦੇ ਬੰਦਿਆਂ ਤੱਕ ਵੀ ਮੈਂ ਵਿਚਰ ਕੇ ਦੇਖਿਆ ਹੋਇਆ। ਸੁਸਾਇਟੀ ਦੇ ਕੋਈ ਮਾਈਂਡ ਦੇ ਵੱਡੇ ਪੈਟਰਨ ਨਹੀਂ ਹੈਗੇ, ਚਾਹੇ ਅਰਬਪਤੀ ਬੰਦਾ ਹੈ, ਉਹਦੀ ਵੀ ਤ੍ਰਿਸ਼ਨਾ, ਵਾਸਨਾ, ਲੋਭ, ਅਹੰਕਾਰ ਆਮ ਮਿਡਲ ਪੱਧਰ ਵਰਗਾ ਹੀ ਹੈ। ਇਸ ਸਿਰਫ ਉਹਦੇ ਜੀਵਨ ਦਾ ਬਾਹਰੀ ਭੌਤਿਕ ਵਿਕਾਸ ਹੋ ਗਿਆ ਹੈ, ਪਰ ਉਹਦੇ ਅੰਦਰ ਦੀਆਂ ਨਿਵਾਣਾ ਉੱਚਾਂ ਜਿਹੜੀਆਂ ਹਨ ਉਂਝ ਦੀਆਂ ਉਂਝ ਹੀ ਬਣੀਆਂ ਹਨ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਕਿੱਕਰ ਬੀਜੈ ਜੱਟ। ਇਸ ਕਰਕੇ ਜਦੋਂ ਕੋਈ ਮੰਦਾ ਚਿਤਵ ਰਹੇ ਹੋ, ਸਮਝ ਲਓ ਉਦੋਂ ਕਿੱਕਰ ਬੀਜ ਰਹੇ ਹਾਂ ਤਾਂ ਇਹਦਾ ਫਲ ਠੀਕ ਨਹੀਂ ਹੋਏਗਾ। ਅਤੇ ਹੁਣ ਕੁਦਰਤੀ ਹੈ, ਜਦੋਂ ਠੀਕ ਫਲ ਨਹੀਂ ਬੀਜਿਆ, ਹੁਣ ਕੁਦਰਤੀ ਇੱਕ ਹੋਰ ਵੀ ਗੱਲ ਹੈ, ਆਪ ਜੀ ਨੇ ਖੇਤੀ ਦੇ ਸੰਬੰਧ ਸੁਣੀ ਹੋਏਗੀ। ਅੱਜ ਇਹ ਮਸਲਾ ਨਹੀਂ ਹੈ ਕਿ ਫਸਲ ਕਿਹੜੀ ਬੀਜੀ ਜਾਂਦੀ ਹੈ ਜਾਂ ਕਿਵੇਂ ਬੀਜਣੀ ਹੈ, ਅੱਜ ਮਸਲਾ ਹੈ ਕਿ ਇਹਦਾ ਬੀਜ ਸੋਧਿਆ ਹੋਇਆ ਕਿ ਨਹੀਂ। ਜੇ ਇਹਦੇ ਬੀਜ ਦੇ ਵਿੱਚ ਹੀ ਨੁਕਸ ਹੋਏ ਤਾਂ ਕੁਦਰਤੀ ਅੱਗੇ ਨਹੀਂ ਗੱਲ ਚੱਲੇਗੀ। ਕੁਦਰਤੀ ਮੇਰੇ ਘਰ ਦੇ ਨੇੜੇ ਇਸ ਤਰ੍ਹਾਂ ਦਾ ਇੱਕ ਬੜਾ ਵੱਡਾ ਯੂਨਿਟ ਲੱਗਾ ਹੋਇਆ, ਜਿੱਥੇ ਬੀਜਾਂ ਦੀ ਸੋਧ ਸੁਧਾਈ ਹੁੰਦੀ ਹੈ। ਉੱਥੋਂ ਕਈ ਵਾਰੀ ਨੇੜਿਓਂ ਦੇਖਿਆ ਕਿ ਕਿਸੇ ਬੀਜ ਦੀ ਸੁਧਾਈ ਦੇ ਵਿੱਚ 2-2 ਮਹੀਨੇ ਲੱਗ ਜਾਂਦੇ ਨੇ, ਤਰ੍ਹਾਂ ਦੀਆਂ ਮਸ਼ੀਨਾਂ ਵਿੱਚ ਪਾ ਕੇ ਵੱਖੋ ਵੱਖ ਤਰ੍ਹਾਂ ਦੇ ਯਤਨ ਕਰਕੇ ਸੋਧਦੇ ਨੇ। ਕਿਉਂ? ਬੀਜ ਸੋਧਿਆ ਹੋਇਆ। ਹੁਣ ਕੁਦਰਤੀ ਸਾਡਾ ਮਨ ਰੂਪ ਖੇਤ ਹੈ, ਇਹਦੇ ਵਿੱਚ ਜੇ ਸਮਾਜ ਸਾਨੂੰ ਜਿਵੇਂ ਦਾ ਦਏਗਾ ਉਵੇਂ ਦੇ ਸਾਡੇ ਮਨ ਦੇ ਸੰਸਕਾਰ ਬਣਨਗੇ। ਅਗਰ ਕੋਈ ਸਾਡਾ ਮੰਦਾ ਚਿਤਵ ਰਿਹਾ ਤਾਂ ਕੁਦਰਤੀ ਸਾਡੇ ਅੰਦਰ ਈਰਖਾ ਵੀ ਪੈਦਾ ਹੋਏਗੀ। ਪਰ ਸਾਡੇ ਕੋਲੋਂ ਗੁਰੂ ਸ਼ਬਦ ਦਾ ਸੁਧਾਈ ਵਾਲਾ ਇੱਕ ਯੰਤਰ ਹੈ ਕਿ ਅਸੀਂ ਉਸੇ ਖਿਆਲ ਨੂੰ ਆਪਣਾ ਕਰਮ ਬਣ ਦੇਣਾ ਹੈ, ਜਿਸ ਖਿਆਲ ਦਾ ਫਲ ਬਾਅਦ ਦੇ ਵਿੱਚ ਸਕੂਨ ਦੇਵੇਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਕਿੱਕਰ ਬੀਜੈ ਜੱਟ ਹੰਡੈ ਉੱਨ ਕਤਾਏ ਦਾ। ਹੁਣ ਜਿਹੜੀ ਰੇਸ਼ਮ ਦਾ ਕੱਪੜਾ ਉਹ ਬਾਰੀਕ ਹੁੰਦਾ, ਮਹੀਨ ਹੁੰਦਾ ਹੈ, ਉਹ ਮੁਲਾਇਮ ਹੁੰਦਾ ਹੈ, ਅਤੇ ਜਿਹੜੀ ਉੱਨ ਹੈ ਮੋਟੀ ਹੈ, ਖੁਰਦਰੀ ਆਦਿਕ ਹੁੰਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜੇ ਕਰਮਾਂ ਨੂੰ ਕਰਨ ਦੇ ਲਈ ਬਾਰੀਕੀ ਦਾ ਸਹਾਰਾ ਲੈਣਾ ਪੈਣਾ ਹੈ, ਜਿਵੇਂ ਢਾਕੇ ਦੀ ਮਲਮਲ ਬੜੀ ਮਸ਼ਹੂਰ ਹੈ ਜਾਂ ਹੋਰ ਈਰਾਨ ਦੀ ਜਿਹੜੀ ਸਿਲਕ ਬੜੀ ਮਸ਼ਹੂਰ ਹੈ, ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਕਿ ਉੱਨ ਦਾ ਅਤੇ ਰੇਸ਼ਮ ਦਾ ਕੀ ਮੇਲ ਹੈ। ਉਹ ਬੜੀ ਬਰੀਕ ਹੈ, ਉਹਨੂੰ ਕੱਤਣ ਲੱਗਿਆ, ਉਹਨੂੰ ਪਹਿਨਣ ਲੱਗਿਆ ਬੜੇ ਕਿਸਮ ਦੀ ਸੰਭਾਲ ਚਾਹੀਦੀ ਹੈ। ਅਤੇ ਜਿਹੜੇ ਬਰੀਕ ਕਰਮਾਂ ਦਾ ਖਿਆਲ ਰੱਖ ਕੇ ਤੂੰ ਆਪਣੇ ਜੀਵਨ 'ਚ ਚੱਲਣਾ ਹੈ, ਉਸ ਤਰ੍ਹਾਂ ਦਾ ਖਿਆਲ ਨਹੀਂ ਕਰ ਰਿਹਾ, ਉੱਨ ਵਾਂਗ ਮੋਟਾ ਕੱਤ ਰਿਹਾ, ਭਾਵ ਕਿ ਜਿਹੜੇ ਅੰਦਰ ਬਰੀਕ ਖਿਆਲ ਨੇ, ਬਾਹਰੋਂ ਮੰਦ ਕਰਮ ਕਰੀ ਜਾ ਰਿਹਾ। ਅਤੇ ਕਹਿੰਦਾ ਕੀ ਹੋ ਚੱਲਿਆ? ਅਤੇ ਕਹਿੰਦੇ ਬਾਅਦ ਦੇ ਵਿੱਚ ਇਹ ਮੰਦ ਕਰਮ ਜਦੋਂ ਜੀਵਨ ਦਾ ਭਾਰ ਬਣ ਗਏ, ਫਿਰ ਤੇਰੇ ਕੋਲੋਂ ਇਹ ਭਾਰ ਉਠਾਇਆ ਨਹੀਂ ਜਾਣਾ। ਇਸ ਕਰਕੇ ਤੈਨੂੰ ਸਤਰਕ ਹੋਣ ਦੀ ਲੋੜ ਹੈ। ਜੇ ਰੇਸ਼ਮ ਵਰਗੀ ਪਹਿਨਣ ਦੀ ਚਾਹਤ ਹੈ ਅਤੇ ਕੱਤਣਾ ਵੀ ਉਹੀ ਸ਼ੁਰੂ ਕਰ ਜਿਹਦੇ ਤੋਂ ਰੇਸ਼ਮ ਬਣਦਾ ਹੈ। ਇਸ ਕਰਕੇ ਪਦਾਰਥ ਹੀ ਉਹ ਹੱਥ ਦੇ ਵਿੱਚ ਕਰ। ਜੇ ਹਿਰਦੇ ਵਿੱਚ ਈਰਖਾ ਹੈ, ਹਿਰਦੇ ਵਿੱਚ ਕਪਟ ਹੈ, ਹਿਰਦੇ ਵਿੱਚ ਛਲ ਹੈ, ਤਾਂ ਤੈਨੂੰ ਧਰਮ ਦੀ ਉੱਤਮਤਾ, ਖਿਮਾ, ਸਹਿਜ, ਸੰਤੋਖ ਵਾਲੇ ਗੁਣ ਪ੍ਰਾਪਤ ਨਹੀਂ ਹੋ ਸਕਦੇ। ਜੇ ਜੀਵਨ ਦੇ ਵਿੱਚ ਆਨੰਦ ਦੀ, ਸਹਿਜ ਦੀ ਚਾਹਤ ਹੈ ਅਤੇ ਕਰਮ ਸਾਰੇ ਮਨਮੁਖਾਂ ਵਾਲੇ ਹਨ, ਉਹ ਨਹੀਂ ਹੋ ਸਕਦਾ। ਭਾਈ ਗੁਰਦਾਸ ਸਾਹਿਬ ਜੀ ਦਾ ਅਸੀਂ ਕਵਿੱਤ ਪੜ੍ਹਦੇ ਹਾਂ ਨਾ, ਇੱਕ ਸੋਨਾ ਦਾ, ਅਕਸਰ ਅਸੀਂ ਉਹਦਾ ਜ਼ਿਕਰ ਸੁਣਦੇ ਹਾਂ ਕਿ ਉਹਨਾਂ ਦਾ ਵਾਕ ਹੈ, ਪੂਸ਼ਿਤ ਪਥਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੈ ਦੇਸ ਕੈਸੇ ਬਾਤਨ ਕੈ ਜਾਈਐ। ਕਿਸੇ ਨੇ ਸੁਹਾਗਣੀ ਹੋਣ ਦਾ ਸੁੱਖ ਮੰਨਣਾ ਹੈ ਅਤੇ ਕੰਤ ਦੀ ਆਗਿਆ ਦੇ ਵਿੱਚ ਰਹਿਣਾ ਪਏਗਾ। ਦੁਰਾਚਾਰ ਵਾਲੇ ਜੀਵਨ ਦੇ ਨਾਲ ਕੋਈ ਸੁਹਾਗਣੀ ਨਹੀਂ ਹੋ ਸਕਦੀ। ਜਿਹਨੇ ਸਫਲ ਵਪਾਰੀ ਆਖਣਾ ਬਣਨਾ ਹੈ, ਉਹ ਆਪਣਾ ਜਿੰਨਾ ਪਦਾਰਥ ਹੈ ਉਹਦੇ ਤੋਂ ਵੱਧ ਕੀਮਤ ਵਸੂਲੇ, ਲਾਭ ਖੱਟੇ, ਫਿਰ ਉਹ ਸਫਲ ਵਪਾਰੀ ਬਣਦਾ ਹੈ। ਕਿਸੇ ਨੇ ਯੋਧਾ ਸੂਰਮਾ ਬਣਨਾ ਅਤੇ ਰਣ ਤੱਤੇ ਦੇ ਵਿੱਚ ਜੂਝੇਗਾ, ਜਾਂ ਤਾਂ ਪ੍ਰਾਣ ਦੇਵੇ ਜਾਂ ਜਿੱਤ ਕੇ ਵਾਪਸ ਆ ਜਾਵੇ।
ਫਿਰ ਉਹਦੇ ਜੀਵਨ ਨੂੰ ਸੂਰਮਤਾਈ ਵਾਲਾ ਗਿਣਿਆ ਜਾਂਦਾ ਹੈ। ਅਤੇ ਇਸ ਤਰ੍ਹਾਂ ਜਿਹੜਾ ਕਰਮ ਦੀ ਚਾਹਤ ਹੈ, ਜਿਸ ਤਰ੍ਹਾਂ ਦੀ ਚਾਹਤ ਹੈ ਉਵੇਂ ਦੇ ਕਰਮ ਕਰਨੇ ਪੈਂਦੇ ਹਨ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਪੈਦਾ ਲੋੜ ਹੈ ਪੱਟ, ਜੇ ਜੀਵਨ ਦੇ ਵਿੱਚ ਉੱਤਮ ਕਿਸਮ ਦੀ ਚਾਹਤ ਹੈ ਅਤੇ ਉੱਤਮ ਕਿਸਮ ਕਰਮ ਦੀ ਸਾਧਨਾ ਵੀ ਰੱਖਣੀ ਚਾਹੀਦੀ ਹੈ। ਇਸ ਪ੍ਰਕਾਰ 2 ਸ਼ਲੋਕਾਂ ਦੁਆਰਾ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਕੇ ਨਵਾਜ਼ਿਸ਼ ਕਰਦੇ ਹਨ, ਕਿਰਪਾ ਕਰਨ ਸਾਨੂੰ ਸ਼ਲੋਕਾਂ ਦੇ ਅਧਿਆਤਮਿਕ ਭਾਵ ਸਮਝਾਉਣ। ਰੱਬੀ ਮਾਰਗ 'ਤੇ ਚੱਲਦਿਆਂ ਅਸੀਂ ਆਪਣੀ ਬੁੱਧ, ਆਪਣਾ ਪਦਾਰਥ, ਪਰਿਵਾਰ, ਜੀਵਨ ਦੇ ਸਾਰੇ ਤਾਣ ਮਾਲਕ ਦੇ ਦਰਸ਼ਨ ਦੀ ਪ੍ਰਾਪਤੀ ਦੇ ਲਈ, ਉਹਦੀ ਕਿਰਪਾ ਦੇ ਲਈ ਲਗਾਉਣ ਦਾ ਯਤਨ ਕਰੀਏ। ਅਤੇ ਜੀਵਨ ਦੇ ਵਿੱਚ ਗੁਰਮੁਖ ਹੋਣ ਦੀ ਚਾਹਤ ਹੈ, ਗੁਰਮੁਖਾਂ ਵਾਲੇ ਕਰਮ ਕਰਨੇ ਸ਼ੁਰੂ ਕਰ ਦਈਏ। ਜੀਵਨ ਦੇ ਵਿੱਚ ਪਵਿੱਤਰ ਨਿਰਮਲ ਹੋਣਾ ਚਾਹੁੰਦੇ ਹਾਂ ਤਾਂ ਗੁਰੂ ਕੇ ਦੱਸੇ ਮਾਰਗ ਨੂੰ ਇੰਨ ਬਿੰਨ ਧਾਰਨ ਕਰਕੇ ਜੀਵਨ ਦਾ ਅਧਿਆਤਮਿਕ ਲਾਭ ਉਠਾਉਣ ਦਾ ਯਤਨ ਕਰਨਾ ਸ਼ੁਰੂ ਕਰ ਦਈਏ। ਫਿਰ ਹੀ ਸਤਿਗੁਰੂ ਕੀ ਕਿਰਪਾ ਸਾਨੂੰ ਪ੍ਰਾਪਤ ਹੋਵੇਗੀ। ਗੁਰੂ ਸਾਹਿਬ ਜੀ ਕਿਰਪਾ ਕਰਨ। ਸ਼ਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਨਮੁਖ ਲੜੀਵਾਰ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ